ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਜੀਤ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਿਵੇਂ ਕਿ ਅਸੀਂ ਬੀਤੇ ਦਿਨਾਂ ਦੇ ਵਿੱਚ ਪਰਸੋਂ ਵੀ ਗੱਲ ਕੀਤੀ ਸੀ ਇਸ ਸ਼ੋਅ ਦੇ ਵਿੱਚ ਕਿ ਜਿਹੜੇ ਪੰਥਕ ਮੀਡੀਆ 6 ਚੈਨਲ ਹੈਗੇ ਆ TV84 ਉਹਨਾਂ ਦੇ ਵਿੱਚ ਹੈ, KTV ਹੈ, ਅਕਾਲ ਚੈਨਲ ਹੈ UK ਤੋਂ, ਤੇ ਹੋਰ ਵੈਬਸਾਈਟਸ ਸਿੱਖ ਸਿਆਸਤ ਦੇ ਨਾਲ ਹੋਰ ਵੀ ਖਬਰਾਂ ਆ ਰਹੀਆਂ ਨੇ ਕਿ ਭਾਰਤ ਦੇ ਵਿੱਚ ਜਿਹੜੀਆਂ ਫੇਸਬੁੱਕ ਰਾਹੀਂ ਜਾਂ YouTube ਰਾਹੀਂ ਇਹਨਾਂ ਚੈਨਲਸ ਦੀ ਜਾਂ ਵੈਬ ਪੋਰਟਲ ਦੀ ਆਊਟਰੀਚ ਸੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਤੋ ਇਸ ਉੱਤੇ ਹੀ ਅੱਜ ਅਸੀਂ ਦੁਬਾਰਾ ਵਿਚਾਰ ਚਰਚਾ ਕਰਾਂਗੇ ਇਸ ਮੁੱਦੇ ਦੇ ਉੱਤੇ ਵੀ ਕੀ ਕਾਰਨ ਹੈ ਕਿ ਜਿਹੜੀ ਜਦੋਂ ਅਸੀਂ ਸਿੱਖਾਂ ਦੀ ਜਾਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਇੱਕ ਡਿਫਰੈਂਟ ਨੈਰੇਟਿਵ ਜਿਹੜਾ ਕਿ ਸਰਕਾਰੀ ਪੱਖ ਨੂੰ ਕਾਊਂਟਰ ਕਰਦਾ ਉਸ ਪੱਖ ਤੋਂ ਗੱਲ ਕਰਨ ਵਾਲੇ ਜਿਹੜੇ ਚੈਨਲ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ, ਉਹਨਾਂ ਦੇ ਫੇਸਬੁੱਕ ਪੇਜਸ ਤੇ YouTube ਚੈਨਲ ਦੇ ਉੱਤੇ ਪਾਬੰਦੀ ਕਿਉਂ ਲਾਈ ਗਈ ਹੈ, ਕਿਉਂ ਉਹਨਾਂ ਦਾ ਪੰਜਾਬ ਨਾਲੋਂ ਜਾਂ ਭਾਰਤ ਦੇ ਨਾਲੋਂ ਜਿਹੜਾ ਲਿੰਕ ਹੈ ਉਹ ਡਿਸਕਨੈਕਟ ਕੀਤਾ ਗਿਆ, ਕਿਉਂ ਕੱਟਿਆ ਗਿਆ। ਸੋ ਇਹ ਜਿੱਥੇ ਇੱਕ ਵੱਡਾ ਸਵਾਲ ਹੈ, ਨਾਲ ਹੀ ਨਾਲ ਇਹਦੇ ਕਾਰਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਇਹਦੀਆਂ ਇੰਪਲੀਕੇਸ਼ਨ ਕੀ ਨੇ। ਕੱਲੀ ਇਹ ਗੱਲ ਨਹੀਂ ਕਿ ਜਿਹੜੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਨੇ ਜਾਂ ਸਿੱਖ ਨਜ਼ਰੀਏ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਚੈਨਲ, ਉਹਨਾਂ ਤੇ ਪਾਬੰਦੀ ਹੈ। ਇਹ ਸਿੱਧਾ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਹੈ। ਇਹ ਸਿੱਧੀ ਗੱਲ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੇ ਨਾਲ ਜੁੜਦੀ ਹੈ ਕਿ ਹੁਣ ਤੁਸੀਂ ਸਰਕਾਰਾਂ ਇੰਨੀਆਂ ਕੰਟਰੋਲ ਕਰਨਗੀਆਂ ਕਿ ਤੁਸੀਂ ਆਪਣਾ ਜਿਹੜਾ ਪੱਖ ਹੈ ਉਹ ਵੀ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ, ਲੋਕਾਂ ਸਾਹਮਣੇ ਨਹੀਂ ਰੱਖ ਸਕਦੇ। ਸੋ ਇਹਨਾਂ ਹੀ ਸਵਾਲਾਂ ਦੇ ਨਾਲ ਅੱਜ ਦੀ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸਰੀ ਕੈਨੇਡਾ ਦੇ ਵੈਂਕੂਵਰ ਦੇ ਵਿੱਚੋਂ ਸਾਡੇ ਨਾਲ ਗੁਰਪ੍ਰੀਤ ਸਿੰਘ ਜੁੜੇ ਹੋਏ ਨੇ, ਜਿਹੜੇ ਕਿ ਇੰਡੀਪੈਂਡੈਂਟ ਜਰਨਲਿਸਟ ਨੇ ਤੇ ਨਾਲ ਹੀ ਨਾਲ ਇਹਨਾਂ ਇਸ਼ੂਜ਼ ਦੇ ਉੱਤੇ ਉਹ ਹਮੇਸ਼ਾ ਜਿਹੜੀ ਉਹਨਾਂ ਦੀ ਉਸਾਰੂ ਪਹੁੰਚ ਹੁੰਦੀ ਹੈ ਤੇ ਹਿਊਮਨ ਰਾਈਟਸ ਦੀ ਜਦੋਂ ਗੱਲ ਹੁੰਦੀ ਹੈ ਹਰ ਵਾਰ ਉਹ ਆਵਾਜ਼ ਬੁਲੰਦ ਕਰਦੇ ਆ। ਸੋ ਉਹਨਾਂ ਨਾਲ ਮਿਲ ਕੇ ਅੱਜ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੰਚ ਮੁਹੱਈਆ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ। ਗੁਰਪ੍ਰੀਤ ਸਿੰਘ ਜੀ, ਕਿਵੇਂ ਦੇਖਦੇ ਹੋ ਜਿਹੜਾ ਇਹ ਮੂਵ, ਹਾਲਾਂਕਿ ਹੈ ਤੇ ਜੋ ਅੰਦਾਜ਼ਾ ਲਾਇਆ ਜਾ ਰਿਹਾ ਹੈ, ਹਾਲਾਂਕਿ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਇਸ ਗੱਲ ਦੀ, ਕਿਉਂਕਿ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਜਾਂ ਚਿੱਠੀ ਪੱਤਰ ਜਾਂ ਕੋਈ ਵੀ ਹੋਰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਕਿਤੋਂ ਨਹੀਂ ਆ ਰਹੀ ਕਿ ਕੀ ਕਾਰਨ ਹੈ ਕਿ ਜਿਹੜੇ ਇਹ ਫੇਸਬੁੱਕ ਤੇ YouTube ਅਕਾਊਂਟਸ ਹੈਗੇ ਆ ਉਹ ਭਾਰਤ ਦੇ ਵਿੱਚ ਬੰਦ ਕੀਤੇ ਗਏ ਆ। ਨਾ ਹੀ ਭਾਰਤ ਦੀ ਜਿਹੜੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਹੈ ਉਹਨਾਂ ਵੱਲੋਂ ਕੋਈ ਅਧਿਕਾਰਤ ਤੌਰ ਤੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਸ ਗੱਲ ਤੇ ਅਸੀਂ ਪਹੁੰਚੇ ਹਾਂ। ਪਰ ਜੋ ਸਮਝਿਆ ਜਾ ਰਿਹਾ ਹੈ ਉਹ ਇਹੀ ਹੈ ਵੀ ਕਿਉਂਕਿ 1984 ਨੂੰ ਲੈ ਕੇ ਜਿਹੜਾ ਹੁਣ ਦਿਨ ਚੱਲ ਰਹੇ ਨੇ, ਇੱਕ ਸਿੱਖਾਂ ਦਾ ਜਿਹੜਾ ਪੱਖ ਹੈ ਉਹ ਦੁਨੀਆ ਦੇ ਸਾਹਮਣੇ ਲਿਆਉਣ ਦੀ ਜਾਂ ਆਪਣੇ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਲਾਈਨ ਸੀ। ਤੇ ਨਾਲ ਹੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਪੱਖੀ ਗੱਲ ਕਰਨੀ ਜਾਂ ਸਿੱਖ ਹੱਕਾਂ ਬਾਰੇ ਗੱਲ ਕਰਨੀ, ਅਵੇਅਰਨੈਸ ਕ੍ਰੀਏਟ ਕਰਨ ਦੇ ਥੱਲੇ ਹੀ ਜਿਹੜਾ ਕਿ ਇੱਕ ਜਿਹੜਾ ਇਸ ਵਕਤ ਹਕੂਮਤੀ ਰਜੀਮ ਹੈ ਭਾਰਤ ਦੇ ਵਿੱਚ ਉਹਨਾਂ ਨੂੰ ਚੁੱਭਦੀ ਹੈ ਤੇ ਕਿਤੇ ਨਾ ਕਿਤੇ ਇਹੀ ਸਮਝਿਆ ਜਾ ਰਿਹਾ ਹੈ ਵੀ ਉਹੀ ਕਾਰਨ ਬਣਿਆ ਇਸ ਬਲੌਕੇਜ ਦੇ ਪਿੱਛੇ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਅਮਰਵੀਰ ਸਿੰਘ ਦੀ ਗੱਲ ਅਸਲ ਹੈ ਕਿ ਪਹਿਲੀ ਗੱਲ ਕਿ ਜਿਹੜੇ ਭਾਰਤ ਦੇ ਮੌਜੂਦਾ ਹਾਲਾਤ ਨੇ ਉਸ ਵਿੱਚ ਜਿਸ ਤਰੀਕੇ ਨਾਲ ਪ੍ਰੈਸ ਦੀ ਆਜ਼ਾਦੀ ਦਾ ਗੱਲ ਘੁੱਟਿਆ ਜਾ ਰਿਹਾ, ਕਈ ਮਿਸਾਲਾਂ ਨੇ ਸਾਡੇ ਸਾਹਮਣੇ। ਜਿਵੇਂ ਕਿ ਤੁਸੀਂ ਵੇਖੋ, ਸਿਧਾਰਥ ਰਾਜਨ ਦੇ ਖਿਲਾਫ ਪਰਚਾ ਹੋਇਆ, ਵਿਨੋਦ ਦੂਆ ਦੇ ਖਿਲਾਫ ਪਰਚਾ ਹੋਇਆ, ਇੱਕ ਜਿਹੜੇ ਕਾਲਮਿਸਟ ਨੇ ਅਨੰਤ ਦੇਵ ਤੋੜੇ ਉਹਨਾਂ ਨੂੰ ਫੜ ਕੇ ਜੇਲ੍ਹ ਸੁੱਟਿਆ ਗਿਆ। ਉਹ ਲੇਖਕ ਬੁੱਧੀਜੀਵੀ ਜਿਹੜੇ ਖਤਰੇ ਮਤਲਬ ਸਰਕਾਰੀ ਦਮਨ ਦਾ ਸਾਹਮਣਾ ਕਰ ਰਹੇ ਨੇ। ਸੋ ਮੈਂ ਜੋ ਇਹਨਾਂ ਦਿਨਾਂ 'ਚ ਹੋਇਆ ਵਾਪਰਿਆ ਉਸਨੂੰ ਉਸ ਵੱਡੇ ਪਰਿਪੇਖ ਨਾਲੋਂ ਵੱਖਰਾ ਕਰਕੇ ਨਹੀਂ ਵੇਖਦਾ। ਮੈਂ ਸੋਚਦਾ ਉਸੇ ਕਵਾਇਦ ਦਾ ਹਿੱਸਾ ਹੀ ਹੈ। ਇੱਕ ਆਮ ਜਿਹੜਾ ਰੁਝਾਨ ਭਾਰਤ 'ਚ ਚੱਲ ਰਿਹਾ ਉਸਦੇ ਲੱਛਣ ਨੇ ਆ ਵਾਲੇ। ਜਿਹੜਾ ਥੋੜਾ ਜਿਹਾ ਵਿਲੱਖਣ ਕੇਸ ਹੈ ਇਹਨਾਂ ਸਿੱਖ ਚੈਨਲਾਂ ਬਾਰੇ ਉਹ ਇਹ ਹੈ ਕਿ ਇਸ ਤੋਂ ਕਈ ਵਾਰੀ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਇਸ ਗੱਲ ਦੇ ਉੱਤੇ ਕਿ ਉਹ ਕਹਿੰਦੇ ਨਾ ਕਿ ਡਾਡਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ। ਹੁਣ 84 ਦੇ ਜਿਹੜੇ ਘੱਲੂਘਾਰੇ ਦੀ ਯਾਦ ਦੇ ਵਿੱਚ ਜੂਨ ਮਹੀਨੇ ਦੌਰਾਨ ਖਾਸ ਤੌਰ ਤੇ ਜਿਹੜਾ ਪੰਥਕ ਮੀਡੀਆ ਹੈ ਜਾਂ ਜਿਹੜੇ ਤੁਹਾਡੇ ਵਰਗੇ ਸੁਹਿਰਦ ਕੁਝ ਚੈਨਲ ਨੇ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਕੁਝ ਸੰਵਾਦ ਰਚਿਆ ਜਾਵੇ। ਉਸ ਵੇਲੇ ਦੀਆਂ ਜਿਹੜੀਆਂ ਕੌੜੀਆਂ ਯਾਦਾਂ ਨੇ ਜੁੜੇ ਹੋਏ ਕੁਝ ਪਹਿਲੂ ਲੋਕਾਂ ਦੇ ਸਾਹਮਣੇ ਰੱਖੇ ਜਾਣ। ਸੋ ਜਦੋਂ ਇਹ ਜੂਨ ਦੇ ਮਹੀਨੇ ਦੌਰਾਨ ਜਦੋਂ ਉਸ ਵੇਲੇ ਸਿੱਖ ਭਾਈਚਾਰੇ ਵਿੱਚ ਇੱਕ ਖਾਸ ਕਿਸਮ ਦੀ ਸੰਵੇਦਨਾ ਦੇ ਨਾਲ ਉਸਨੂੰ ਯਾਦ ਕਰਦੇ ਨੇ, ਉਸ ਮੌਕੇ ਤੇ ਇਹਨਾਂ ਚੈਨਲ ਦੀ ਜ਼ਿੰਮੇਵਾਰੀ ਬਣਦੀ ਕਿ ਉਹਨਾਂ ਮੁੱਦਿਆਂ ਨੂੰ ਹਾਈਲਾਈਟ ਕੀਤਾ ਜਾਵੇ। ਉਸ ਮੌਕੇ ਤੇ ਆ ਕੇ ਜਦੋਂ ਇਸ ਕਿਸਮ ਦੀ ਰੋਕਥਾਮ ਦੀਆਂ ਗੱਲਾਂ ਹੋ ਰਹੀਆਂ ਨੇ, ਬੜਾ ਕਲੀਅਰ ਹੈ ਕਿ ਨਿਸ਼ਾਨਾ
ਇਸੇ ਪਾਸੇ ਨੂੰ ਹੈ ਕਿ ਜਿਹੜਾ ਡਿਆਸਪੋਰਾ ਵਿੱਚ ਜਿਹੜੀ ਗੱਲ ਉੱਠਦੀ ਹੈ 1984 ਦੇ ਬਾਰੇ, ਸਿੱਖ ਜੀਨੋਸਾਈਡ ਬਾਰੇ, ਉਸ ਨੂੰ ਕਿਵੇਂ ਨਪੀੜਿਆ ਜਾਵੇ, ਉਸ ਦੇ ਮੂੰਹ ਕਿਵੇਂ ਲੋਕਾਂ ਦੇ ਬੰਦ ਕਰਾਏ ਜਾਣ। ਸੋ ਇਸ ਦੇ ਵਿੱਚ ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ ਵਰਗੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਮੁਦਾਖਲਤ, ਇਹ ਵੀ ਸਭ ਸੁਣਨ ਚ ਆਇਆ ਕਿ ਉਹਨਾਂ ਨੇ ਉਦੇਸ਼ ਤੌਰ ਤੇ ਸ਼ਿਕਾਇਤਾਂ ਕੀਤੀਆਂ, ਜਿਸ ਦੇ ਚੱਲਦਿਆਂ ਇਹ ਚੈਨਲ ਜਿਹੜੇ ਆ ਬੰਦ ਕੀਤੇ ਗਏ, ਇਹਨਾਂ ਦਾ ਪ੍ਰਸਾਰਣ ਰਿਸਟ੍ਰਿਕਟ ਕੀਤਾ ਗਿਆ। ਹੈਸ਼ਟੈਗ ਸਿੱਖ ਨਾਂ ਦਾ ਇੱਕ ਜਿਹੜਾ ਕੈਂਪੇਨ ਚੱਲੀ ਸੋਸ਼ਲ ਮੀਡੀਆ ਤੇ, ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ। ਬੜੀ ਸ਼ਰਮ ਦੀ ਗੱਲ ਹੈ ਕਿ TV 84 ਵਰਗਾ ਜਿਹੜਾ ਮਾਨਸਿਕ ਆਲਟਰਨੇਟਿਵ ਮੀਡੀਆ ਇੱਕ ਆਊਟਲੈਟ ਹੈ, ਆਲਟਰਨੇਟਿਵ ਵਿਊ ਪੁਆਇੰਟ ਦੇਣ ਦੀ ਕੋਸ਼ਿਸ਼ ਕਰਦਾ, ਉਸਦੀ ਪ੍ਰਸਾਰਣ ਦੇ ਉੱਤੇ ਵੀ ਰਿਸਟ੍ਰਿਕਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਮੰਦਭਾਗਾ ਸੀ। ਸੋ ਮੈਂ ਸਮਝਦਾ ਜਿੱਥੇ ਇੱਕ ਵੱਡੀ ਕਵਾਇਦ ਦਾ ਹਿੱਸਾ ਹੈ, ਉੱਥੇ ਨਾਲ ਹੀ ਜਿਹੜਾ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਸਰੋਕਾਰਾਂ ਦੀ ਗੱਲ ਕਰਨ ਵਾਲੇ ਪੰਥਕ ਮੀਡੀਆ ਦੇ ਜਿਹੜੀ ਜਿਸ ਤਰੀਕੇ ਨਾਲ ਰੋਕ ਲਾਈ ਜਾ ਰਹੀ ਹੈ, ਉਸਦਾ ਕੇਸ ਥੋੜਾ ਜਿਹਾ ਵਿਲੱਖਣ ਹੈ ਕਿ 84 ਦੇ ਜਿਹੜੇ ਘੱਲੂਘਾਰੇ ਦੇ ਬਾਰੇ ਕੋਈ ਆਲਟਰਨੇਟਿਵ ਵਿਊ ਪੁਆਇੰਟ ਬਾਹਰੋਂ ਪ੍ਰਸਾਰਿਤ ਨਾ ਹੋ ਸਕੇ, ਲੋਕਾਂ ਸਾਹਮਣੇ ਨਾ ਰੱਖਿਆ ਜਾ ਸਕੇ, ਉਸ ਨੂੰ ਸਦਾ ਲਈ ਬੰਦ ਕਰਾਉਣ ਲਈ ਇੱਕ ਢੰਗ ਤਰੀਕਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਂ ਕੀ ਸਮਝਦੇ ਹੋ ਕਿ ਜਿਹੜਾ ਅਲਟਰਨੇਟਿਵ ਵਿਊ ਪੁਆਇੰਟ ਹੈ ਉਹਦੇ ਤੋਂ ਹਕੂਮਤ ਨੂੰ ਡਰ ਲੱਗਦਾ ਹੈ, ਜਾਂ ਇਹ ਕਿਹਾ ਜਾਵੇ ਵੀ ਜਿਹੜਾ ਉਹਨਾਂ ਦਾ ਵਿਊ ਪੁਆਇੰਟ ਹੈ ਉਹਦੇ ਵਿੱਚ ਸੱਚਾਈ ਨਹੀਂ ਹੈਗੀ, ਤਾਂ ਕਰਕੇ ਇਹ ਜਿਹੜੇ ਸਟੈਪ ਨੇ ਉਹ ਚੁੱਕੇ ਜਾਂਦੇ ਨੇ? ਜਾਂ ਕੀ ਕਾਰਨ ਹੈ ਕਿ ਜਦੋਂ ਇੱਥੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਗੱਲ ਕਰਦੇ ਹਾਂ, ਇੱਥੇ ਅਸੀਂ ਬੈਠੇ ਹਾਂ, ਇੱਥੇ ਵੀ ਮੀਡੀਆ ਐਗਜ਼ਿਸਟ ਕਰਦਾ ਆ, ਦੋਵੇਂ ਪਾਸੇ ਦੇ ਮੀਡੀਆ ਹੁੰਦੇ ਨੇ, ਕੰਜ਼ਰਵੇਟਿਵ ਵੀ ਹੁੰਦੇ ਨੇ, ਰਾਈਟ ਵਿੰਗਰ ਵੀ ਹੁੰਦੇ ਨੇ, ਇੱਕ ਪੱਖ ਦਾ ਮੀਡੀਆ ਹੁੰਦਾ ਤੇ ਦੂਜਾ ਪੱਖ ਸਾਹਮਣੇ ਲੈ ਕੇ ਆਉਂਦਾ। ਸੋ ਇਹੀ ਚੀਜ਼ ਉੱਥੇ ਕਿਉਂ ਨਹੀਂ ਸੰਭਵ ਹੈਗੀ? ਦੇਖੋ, ਇਹ ਤਾਂ ਹੁਣ ਜਿਹੜਾ ਸਿੱਖ ਭਾਈਚਾਰਾ ਵਿਦੇਸ਼ਾਂ 'ਚ ਬੈਠਾ, ਉਹਨਾਂ ਨੂੰ ਸਿਰ ਜੋੜ ਕੇ ਇਸ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਕਿ ਇਹ ਜਿਹੜਾ ਹੋਇਆ ਇਹ ਕਿਉਂ ਹੋਇਆ ਔਰ ਇਸ ਦੇ ਪਿੱਛੇ ਕਿਹੜੇ ਲੋਕ ਸ਼ਾਮਲ ਸੀਗੇ। ਅਜੇ ਤੱਕ ਤਾਂ ਜਿਹੜੀ ਮੋਦੀ ਸਰਕਾਰ ਹੈ ਜਾਂ BJP ਵਾਲੇ ਜਿਹੜੇ ਸੱਤਾ ਵਿੱਚ ਨੇ, ਉਹ ਇਹ ਉਹਨਾਂ ਦੇ ਗੁਮਾਸ਼ਤੇ ਜਾਂ ਉਹਨਾਂ ਦੇ ਚਮਚੇ ਇਸ ਕਿਸਮ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਰਹੇ ਨੇ ਕਿ ਕਾਂਗਰਸ ਵੇਲੇ ਹੀ ਸਮੱਸਿਆਵਾਂ ਸੀਗੀਆਂ, ਕਾਂਗਰਸ ਦਾ ਹੀ ਸਿੱਖਾਂ ਨਾਲ ਕੋਈ ਜਿਹੜਾ ਸੀਗਾ ਇੱਕ ਲੜਾਈ ਵਾਲਾ ਮਾਹੌਲ ਸੀ। ਜਦੋਂ ਕਿ ਗੱਲ ਇਹ ਨਹੀਂ ਹੈ, ਇੰਡੀਅਨ ਸਟੇਟ ਦੀ ਆਪਣੀਆਂ ਕਈ ਸਾਰੀਆਂ ਦਿੱਕਤਾਂ ਨੇ ਔਰ ਉਸ ਨਾਤੇ BJP ਤੇ ਕਾਂਗਰਸ ਵਿੱਚ ਬਹੁਤਾ ਅੰਤਰ ਨਹੀਂ ਗਾ। ਡਿਆਸਪੋਰਾ ਵਿੱਚ ਜਿਹੜੀ ਆਵਾਜ਼ ਉੱਠਦੀ ਹੈ 84 ਦੇ ਬਾਰੇ, ਸਿੱਖ ਜੀਨੋਸਾਈਡ ਬਾਰੇ, ਉਸ ਨੂੰ ਨਪੀੜਨ ਲਈ ਦੋਨੇ ਹੀ ਪਾਰਟੀਆਂ ਤਤਪਰ ਰਹੀਆਂ ਨੇ। ਤੋ ਇਸ ਦੇ ਉਹਦੇ ਲੱਛਣ ਨੇ। ਤੇ ਜਿਹੜੇ ਲੋਕ ਇਸ ਕਿਸਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਕਾਂਗਰਸ ਵੇਲੇ ਹੀ ਸਮੱਸਿਆਵਾਂ ਸੀਗੀਆਂ, ਅੱਜ ਉਹਨਾਂ ਨੂੰ ਅੱਖਾਂ ਖੋਲ ਕੇ ਵੇਖਣਾ ਚਾਹੀਦਾ ਕਿ ਸਿਰਫ ਕਾਂਗਰਸ ਦੀ ਗੱਲ ਨਹੀਂ, ਅੱਜ BJP ਹੁਕੂਮਤ ਵਿੱਚ ਤਾਂ ਵੀ ਹਾਲਾਤ ਉਹੀ ਨੇ। ਤੋ ਕਹਿਣ ਦਾ ਮਤਲਬ ਕਿ ਜੋ ਇਹ ਡਿਆਸਪੋਰਾ ਵਿੱਚ ਇੱਕ ਆਲਟਰਨੇਟਿਵ ਵਿਊ ਪੁਆਇੰਟ ਪੇਸ਼ ਕਰਦਾ ਬਲੂ ਸਟਾਰ ਆਪਰੇਸ਼ਨ ਬਾਰੇ, ਉਸਦੇ ਵਿੱਚ ਬਹੁਤ ਸਾਰੀ ਦਿੱਕਤਾਂ ਨੇ। ਪਹਿਲੀ ਗੱਲ ਤਾਂ ਦੇਖੋ, ਜਿਹੜੇ ਸਰਕਾਰ ਦੇ ਵਾਈਟ ਪੇਪਰ ਨੂੰ ਵੀ ਅਸੀਂ ਚੱਕ ਲਈਏ, ਜਿਹੜਾ 84 ਦੇ ਘੱਲੂਘਾਰੇ ਤੋਂ ਬਾਅਦ ਜਾਰੀ ਕੀਤਾ ਗਿਆ, ਉਸ ਵਿੱਚ ਖੁਦ ਦਾਅਵਾ ਕੀਤਾ ਗਿਆ ਕਿ 84 ਦਾ ਬਲੂ ਸਟਾਰ ਆਪਰੇਸ਼ਨ ਜਿਹੜਾ ਹੋਇਆ ਉਸ ਤੋਂ ਪਹਿਲਾਂ ਤਕਰੀਬਨ 400-500 ਮੌਤਾਂ ਹੋਈਆਂ ਪੰਜਾਬ ਦੇ ਵਿੱਚ, ਔਰ ਉਹ ਵੀ 4 ਸਾਲਾਂ ਦੇ ਪੀਰੀਅਡ ਦੌਰਾਨ। ਇਸ ਦੇ ਉਲਟ ਦਿੱਲੀ ਦੇ ਵਿੱਚ ਨਵੰਬਰ ਦੇ ਪਹਿਲੇ ਮਹੀਨੇ 1984 ਵਿੱਚ, ਨਵੰਬਰ ਦੇ ਪਹਿਲੇ ਹਫ਼ਤੇ ਮਾਫ ਕਰਨਾ, 3000 ਸਿੱਖ ਪੂਰਾ ਰਾਜਧਾਨੀ ਕਤਲ ਕਰ ਦਿੱਤਾ ਗਿਆ ਸਿਰਫ ਕੁਝ ਦਿਨਾਂ ਦੇ ਵਿੱਚ। ਤੇ ਉਹਦੇ ਵਾਈਟ ਪੇਪਰ ਦੇ ਵਿੱਚ ਤੁਸੀਂ ਆਪ ਕਹਿ ਰਹੇ ਹੋ ਕਿ ਅਸੀਂ 400 ਵਿਅਕਤੀ ਮਰਿਆ, ਉਸਦੇ ਵਿੱਚ ਐਡਾ ਵੱਡਾ ਆਪਰੇਸ਼ਨ ਕਰਦੇ ਹੋ, ਫੌਜਾਂ ਚੜ੍ਹਦੇ ਦਰਬਾਰ ਸਾਹਿਬ ਦੇ ਉੱਤੇ। ਤੇ ਇੱਥੇ ਜਦੋਂ ਸਿੱਖਾਂ ਦੇ ਕਤਲੇਆਮ ਹੋ ਰਹੇ ਸੀਗੇ ਤਾਂ ਉਦੋਂ ਫੌਜਾਂ ਕਿੱਥੇ ਸੀਗੀਆਂ? ਸੋ ਕਹਿਣ ਦਾ ਮਤਲਬ ਐਡਾ ਵੱਡਾ ਫਰਕ। ਹੁਣ ਇਸ ਤਰ੍ਹਾਂ ਦਾ ਵਿਊ ਪੁਆਇੰਟ ਜਿਹੜਾ ਪੇਸ਼ ਕਰਨਾ, ਇਹ ਲਗਾਤਾਰ ਇਹ ਡਿਆਸਪੋਰਾ ਦੇ ਮੀਡੀਆ ਦੇ ਹਿੱਸੇ ਆਇਆ ਕਿ ਜਿਹੜੇ ਕਈ ਪਹਿਲੂ ਨੇ ਆਪਰੇਸ਼ਨ ਬਲੂ ਸਟਾਰ ਦੇ, ਜਿਹੜੇ ਝੂਠੇ ਪਹਿਲੂ ਸਰਕਾਰ ਵੱਲੋਂ ਪੇਸ਼ ਕੀਤੇ ਗਏ, ਉਸਦੇ ਉਲਟ ਜਿਹੜੇ ਕੁਝ ਇਹੋ ਜਿਹੇ ਪਹਿਲੂ ਪੇਸ਼ ਕੀਤੇ ਗਏ ਜਿਨ੍ਹਾਂ ਬਾਰੇ ਚਰਚਾ ਉੱਥੋਂ ਦੇ ਵੱਡੇ ਮੀਡੀਆ 'ਚ ਘੱਟ ਹੋਈ ਹੈ, ਉਹਨੂੰ ਸਰਕਾਰ ਚਾਹੁੰਦੀ ਨਹੀਂ ਕਿ ਬਾਹਰ ਆਵੇ। ਹੁਣ ਤੁਹਾਡੇ ਨਿਊਯਾਰਕ ਦੇ ਵਿੱਚ, ਮਾਫ ਕਰਨਾ ਵਾਸ਼ਿੰਗਟਨ ਦੇ ਵਿੱਚ, ਜਦੋਂ ਪਿੱਛੇ ਜੇ ਡੋਨਾਲਡ ਟਰੰਪ ਨੇ ਯੋਜਨਾ ਬਣਾਈ ਕਿ ਮੈਂ 10,000 ਫੌਜੀ ਭੇਜਾਂਗਾ, ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋਵੇ, ਤਾਂ ਫੌਜ ਦੇ ਹੀ ਅਫਸਰ ਜਿਹੜੇ ਆ ਉਹਨਾਂ ਨੇ ਹਿੱਕਾਂ ਤਾਣ ਲਈਆਂ ਟਰੰਪ ਦੇ ਖਿਲਾਫ। ਅਜਿਹਾ ਕੁਝ ਬਲੂ ਸਟਾਰ ਵੇਲੇ ਨਹੀਂ ਹੋਇਆ। ਉਲਟ ਗੱਲ ਆਪਣੇ ਹੀ ਸ਼ਹਿਰੀਆਂ ਦਾ ਕਤਲੇਆਮ ਜਿਹੜਾ ਹੋਇਆ ਫੌਜ ਵੱਲੋਂ, ਉਸ ਵਿੱਚ ਜਰਨੈਲਾਂ ਨੇ ਕੋਈ ਉਸਾਰੂ ਰੋਲ ਅਦਾ ਨਹੀਂ ਕੀਤਾ। ਹੁਣ ਇਹ ਜਿਹੜਾ ਮੈਂ ਤੁਹਾਨੂੰ ਗੱਲ ਇਸ ਕਰਕੇ ਕਹਿ ਰਿਹਾ ਕਿ ਇਸ ਕਿਸਮ ਦੀ ਜਿਹੜਾ ਮਾਹੌਲ ਹੈ ਭਾਰਤ ਤੇ ਅਮਰੀਕਾ ਵਿੱਚ, ਜਿਸ ਦੇ ਵਿੱਚ ਥੋੜਾ ਜਿਹਾ ਅੰਤਰ ਸਾਨੂੰ ਕਰਕੇ ਵੇਖਣਾ ਪਊਗਾ ਕਿ ਉੱਥੇ ਮੀਡੀਆ ਨੇ ਉਹੀ ਪ੍ਰਚਾਰ ਕੀਤਾ ਆਪਰੇਸ਼ਨ ਬਲੂ ਸਟਾਰ ਵੇਲੇ, ਸੈਂਸਰਸ਼ਿਪ ਵੀ ਸੀ ਮੀਡੀਆ ਦੀ, ਕਿ ਜੋ ਸਰਕਾਰ ਵੱਲੋਂ ਪਰੋਸਿਆ ਗਿਆ। ਹੁਣ ਅੱਜ ਇੰਨੇ ਸਾਲਾਂ ਤੋਂ ਬਾਅਦ ਵੀ ਜੇ ਅਸੀਂ ਉਸਦੀ ਉਧੇੜ-ਬੁਣ ਕਰਕੇ ਕੁਝ ਨਵੇਂ ਤੱਥ ਸਾਹਮਣੇ ਲਿਆਉਂਦੇ ਹਾਂ, ਸਾਡਾ ਫਰਜ਼ ਬਣਦਾ। UK ਵਿੱਚ ਬਕਾਇਦਾ ਤੁਹਾਨੂੰ ਪਤਾ ਹੀ ਹੈ ਕਿ ਮੰਗ ਉੱਠ ਰਹੀ ਹੈ ਕਿ ਇਨਕੁਆਇਰੀ ਕਰਾਈ ਜਾਵੇ ਕਿ UK ਸਰਕਾਰ ਦੀ ਕੀ ਭੂਮਿਕਾ ਸੀ, ਬਿਲਕੁਲ, ਤਾਂ ਜੋ ਇਹ ਪਹਿਲੂ ਸਾਹਮਣੇ ਲਿਆਏ ਜਾਣ ਕਿ ਇਸ ਦੀ ਤਿਆਰੀਆਂ ਪਹਿਲਾਂ ਚੱਲ ਰਹੀਆਂ ਸੀਗੀਆਂ, ਕਿੰਨੇ ਲੋਕ ਅਸਲ 'ਚ ਉਸ ਵਿੱਚ ਮਰੇ ਨੇ, ਇਸ ਦੇ ਬਾਰੇ ਵੀ ਸਹੀ ਗਿਣਤੀ ਅਜੇ ਤੱਕ ਸਾਬਤ ਨਹੀਂ ਹੋ ਸਕੀ। ਫੌਜ ਦੇ ਕਿਹੜੇ ਜ਼ੁਲਮ ਕੀਤੇ ਨੇ ਉਸ ਦੇ ਬਾਰੇ ਉਸਦਾ ਕੱਚਾ ਚਿੱਠਾ ਚੰਗੇ ਤਰੀਕੇ ਨਾਲ ਨੰਗਾ ਨਹੀਂ ਹੋ ਸਕਿਆ ਸਰਕਾਰੀ ਤੌਰ ਤੇ। ਸੋ ਇਹ ਸਾਰਾ ਕੁਝ ਅੱਗੇ ਲਿਆਉਣਾ ਮੀਡੀਆ ਦਾ ਫਰਜ਼ ਹੈ। ਜਿਹੜੇ ਟਾਵੇਂ ਮੀਡੀਆ ਨੇ ਕੰਮ ਕੀਤਾ, ਉਹਨਾਂ ਦੇ ਵੀ ਮੂੰਹ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਉਦੋਂ ਵੀ ਹੋਈਆਂ ਸੀਗੀਆਂ। ਜਿਵੇਂ ਬ੍ਰਹਮ ਚਲਾਨੀ ਵਰਗੇ ਇੱਕ ਪੱਤਰਕਾਰ ਨੇ ਦੱਸਿਆ ਕਿ ਕਿਵੇਂ ਲੋਕਾਂ ਦੇ ਹੱਥ ਬੰਨ ਕੇ ਉਹਨਾਂ ਨੂੰ ਮਾਰਿਆ ਗਿਆ, ਉਸ ਦੇ ਖਿਲਾਫ ਆਫੀਸ਼ੀਅਲ ਸੀਕ੍ਰੇਟ ਐਕਟ ਦਾ ਇੱਕ ਮਾਮਲਾ ਦਰਜ ਕੀਤਾ ਗਿਆ। ਸੋ ਕਹਿਣ ਦਾ ਮਤਲਬ ਕਿ ਇਹ ਉਸੇ ਕਵਾਇਦ ਦਾ ਹਿੱਸਾ ਸਰਕਾਰ ਅੱਜ ਵੀ ਨਹੀਂ ਚਾਹੁੰਦੀ ਕਿ ਸਰਕਾਰ ਦਾ ਨਾ ਕੁਕਰਮ ਸੀ ਏਡਾ ਵੱਡਾ,
ਉਸ ਦੇ ਉੱਤੇ ਪਰਦਾ ਚੁੱਕਿਆ ਜਾਵੇ, ਤਾਂ ਜੋ ਅੰਤਰਰਾਸ਼ਟਰੀ ਪੱਧਰ ਤੇ ਸਾਡੀ ਇੱਕ ਛਵੀ ਬਣੀ ਹੋਈ ਕਿਸੇ ਬਹੁਤ ਬੜੀ ਜਮਹੂਰੀਅਤ ਆ, ਅਸੀਂ ਇੱਕ ਧਰਮ ਨਿਰਪੱਖ ਰਾਜ ਆ, ਉਸ ਕਿਸਮ ਦਾ ਜਿਹੜਾ ਝੂਠਾ ਇੱਕ ਪ੍ਰੋਪੇਗੈਂਡਾ ਸਰਕਾਰ ਵੱਲੋਂ ਅੜੀਆਂ ਚੁੱਕ ਕੇ ਕੀਤਾ ਜਾਂਦਾ ਪੂਰੀ ਦੁਨੀਆ ਦੇ ਵਿੱਚ, ਉਸ ਨੂੰ ਇਸ ਦੇ ਨਾਲ ਢਾਹ ਲੱਗਦੀ ਜਦੋਂ ਇਹ ਸੱਚਾਈਆਂ ਸਾਹਮਣੇ ਆਉਂਦੀਆਂ। ਸੋ ਇੰਡੀਅਨ ਸਟੇਟ ਨੂੰ ਉਸ ਤੋਂ ਤਕਲੀਫ ਬਹੁਤ ਹੁੰਦੀ ਹੈ, ਤਾਂ ਕਰਕੇ ਉਸਨੇ ਆਹ ਨਵਾਂ ਤਰੀਕਾ ਲੱਭਿਆ ਕਿ ਕਿਵੇਂ ਨਾ ਕਿਵੇਂ TV 84 ਹੋਇਆ, ਸਿੱਖ ਸਿਆਸਤ ਚੈਨਲ ਹੋਇਆ, ਅਕਾਲ ਚੈਨਲ ਹੋਇਆ, ਇਹਨਾਂ ਦੇ ਮੂੰਹ ਬੰਦ ਕਰਾਏ ਜਾਣ। ਤੇ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਹੁਣ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਨ੍ਹਾਂ ਰਾਹੀਂ ਆਊਟਰੀਚ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਬਾਹਰਲੇ ਸਾਰੇ ਡਾਇਸਪੋਰਾ ਦੇ ਜਿਹੜੇ ਮੀਡੀਆ ਆਊਟਲੈਟਸ ਨੇ ਉਹਨਾਂ ਦੀ, ਤੇ ਉਹਦੇ ਵਿੱਚ ਫੇਸਬੁੱਕ ਤੇ YouTube ਮੇਨ ਤੌਰ ਤੇ ਸਾਹਮਣੇ ਆਉਂਦੇ ਆ। ਤੇ ਇਹਦੇ ਵਿੱਚ ਇਹਨਾਂ ਦਾ ਵੀ ਰੋਲ ਬਣਦਾ ਹੈ ਵੀ ਕਿਤੇ ਨਾ ਕਿਤੇ ਇਹ ਜਦੋਂ ਕੋਈ ਰਿਕੁਐਸਟ ਕਰਦਾ ਤੇ ਹਮੇਸ਼ਾ ਕਮਿਊਨਿਟੀ ਗਾਈਡਲਾਈਨ ਦੇ ਥੱਲੇ ਜਾਂ ਅਦਰਵਾਈਜ਼ ਤੇ ਦੂਜੇ ਦਾ ਪੱਖ ਸੁਣਨ ਦਾ ਵੀ ਇੱਕ ਨਜ਼ਰੀਆ ਹੁੰਦਾ ਤੇ ਉਹਨਾਂ ਨੂੰ ਵੈਰੀਫਿਕੇਸ਼ਨ ਵੀ ਹੁੰਦੀ ਹੈ। ਪਰ ਕਿਤੇ ਨਾ ਕਿਤੇ ਇਹ ਵੀ ਗੱਲ ਹੈ, ਕੁਐਸਚਨ ਸਵਾਲ ਉੱਠਦਾ ਇੱਥੇ ਵੀ ਅਧਿਕਾਰਤ ਤੌਰ ਤੇ ਨਾ ਹੀ ਭਾਰਤ ਵੱਲੋਂ ਤੇ ਨਾ ਹੀ ਫੇਸਬੁੱਕ ਜਾਂ YouTube ਵੱਲੋਂ ਇਸ ਗੱਲ ਨੂੰ ਸਾਡੇ ਤੱਕ ਜਾਂ ਕਿਸੇ ਵੀ ਕੰਸਰਨਡ ਅਥਾਰਟੀ ਤੱਕ ਪਹੁੰਚਾਇਆ ਗਿਆ ਕਿ ਜੀ ਆਹ ਪ੍ਰੋਬਲਮ ਹੈ ਜਾਂ ਤੁਹਾਡੇ ਕੰਟੈਂਟ ਦੇ ਵਿੱਚ ਆਹ ਦਿੱਕਤ ਹੈ ਤੇ ਅਸੀਂ ਆਹ ਜਿਹੜਾ ਸਟੈਪ ਹੈ ਉਹ ਚੁੱਕਣ ਜਾ ਰਹੇ ਹਾਂ। ਇਹਦੇ ਕੋਈ ਸ਼ੱਕ ਨਹੀਂ ਕਿ ਜਿਹੜੇ ਵੱਡੇ ਵੱਡੇ ਸੋਸ਼ਲ ਮੀਡੀਆ ਅਦਾਰੇ ਨੇ ਇਹ ਵੀ ਬਹੁਤੇ ਇਮਾਨਦਾਰ ਨਹੀਂ ਕਹੇ ਜਾ ਸਕਦੇ, ਇਹਨਾਂ 'ਚ ਵੀ ਪਾਰਦਰਸ਼ਤਾ ਦੀ ਬਹੁਤ ਵੱਡੀ ਘਾਟ ਹੈ। ਕਿਧਰੇ ਨਾ ਕਿਧਰੇ ਸਟੇਟ ਦੀ ਜਿਹੜੀ ਤਾਕਤ ਹੈ ਉਹਨੂੰ ਉਸਕੇ ਕਬੂਲਿਆ, ਉਹ ਚਾਹੇ ਚੀਨ ਦੀ ਗੱਲ ਹੋਵੇ, ਚਾਹੇ ਭਾਰਤ ਦੀ ਗੱਲ ਹੋਵੇ, ਚਾਹੇ ਅਮਰੀਕਾ ਦੀ ਹੋਵੇ। ਤੁਸੀਂ ਵੇਖਿਆ ਹੋਣਾ ਕਿ ਜੇ ਅਸੀਂ ਭਾਰਤ ਨੂੰ ਐਗਜ਼ਾਮਪਲ ਦੇ ਤੌਰ ਤੇ ਲੈ ਲਈਏ, ਇਕੱਲੇ ਭਾਰਤ ਦੀ ਗੱਲ ਸੀਮਤ ਕਰ ਲਈਏ ਥੋੜੇ ਸਮੇਂ ਲਈ, ਉਹ ਇਹ ਸੀਗਾ ਕਿ ਜਿਵੇਂ ਹਿੰਦੂਤਵੀ ਜਿਹੜੇ ਕੱਟੜਪੰਥੀ ਨੇ ਉਹਨਾਂ ਨੇ ਜਿਸ ਕਿਸਮ ਦਾ ਜ਼ਹਿਰੀਲਾ ਪ੍ਰਚਾਰ ਉਸੇ ਕੀਤਾ, ਉਹਨਾਂ ਦੀ ਕਈ ਵੀਡੀਓ ਰਿਕਾਰਡਿੰਗ ਜਿਹੜੀਆਂ ਫੇਸਬੁੱਕ ਰਾਹੀਂ ਇੱਧਰ ਉੱਧਰ ਨਸ਼ਰ ਹੋਈਆਂ, ਇੱਥੋਂ ਤੱਕ ਕਿ ਫੇਕ ਨਿਊਜ਼ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਾਰੇ ਪਾਸੇ ਫੈਲਾਈਆਂ ਨੇ। ਕਿੰਨੀ ਕੁ ਵਾਰੀ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈਆਂ ਹੋਈਆਂ। ਪਰ ਜਦੋਂ ਕੋਈ ਘੱਟ ਗਿਣਤੀ ਭਾਈਚਾਰਾ ਜੁੜੇ ਲੋਕ ਕੋਈ ਸੱਚਾਈ ਵੀ ਸਾਹਮਣੇ ਲਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਉਸ ਨੂੰ ਤੁਰੰਤ ਫੇਕ ਨਿਊਜ਼ ਦਾ ਨਾਂ ਦੇ ਕੇ ਜਾਂ ਇੱਕ ਨਫ਼ਰਤ ਦਾ ਪ੍ਰਚਾਰ ਦਾ ਨਾਂ ਦੇ ਕੇ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਸੋ ਕਿਧਰੇ ਨਾ ਕਿਧਰੇ ਇਹ ਜਿਹੜੇ ਸੋਸ਼ਲ ਮੀਡੀਆ ਆਊਟਲੈਟਸ ਨੇ ਇਹਨਾਂ ਦੀ ਆਪਣੀ ਵਚਨਬੱਧਤਾ, ਇਹਨਾਂ ਦੀ ਇਮਾਨਦਾਰੀ, ਇਹਨਾਂ ਦੀ ਪਾਰਦਰਸ਼ਤਾ ਤੇ ਵੀ ਸ਼ੰਕਾਵਾਂ ਉੱਠਦੀਆਂ ਨੇ ਔਰ ਉੱਠਣੀਆਂ ਚਾਹੀਦੀਆਂ ਨੇ। ਇਹਨਾਂ ਨੂੰ ਸੁਹਿਰਦ ਹੋ ਕੇ ਇੱਕ ਲਾਈਨ ਦੇਣੀ ਪਏਗੀ ਕਿ ਅਸੀਂ ਹਰੇਕ ਨੂੰ ਆਪਣੀ ਰਾਏ ਦੇਣ ਦਾ ਅਖਤਿਆਰ ਦਿੰਦੇ ਆ, ਸਿਰਫ ਨੰਗੇਜਵਾਦ ਨਾ ਹੋਵੇ, ਉਲਾਰ ਹੋ ਕੇ ਕਿਸੇ ਭਾਈਚਾਰੇ ਖਿਲਾਫ ਜ਼ਹਿਰ ਨਾ ਫੂਲੀ ਜਾਵੇ। ਇਹ ਜਿਹੜੀਆਂ ਲੋਕਾਂ ਪਰ ਉਹ ਸਭ ਤੇ ਲਾਗੂ ਹੋਣੀ ਚਾਹੀਦੀਆਂ। ਇਹ ਨਹੀਂ ਕਿ ਤੁਸੀਂ ਇੱਕ ਭਾਈਚਾਰੇ ਜਾਂ ਇੱਕ ਖਾਸ ਕਿਸਮ ਦੇ ਮੀਡੀਆ ਨੂੰ ਨਿਸ਼ਾਨਾ ਬਣਾਓ ਤੇ ਉਸੇ ਤਰ੍ਹਾਂ ਉੱਤੇ ਕੰਮ ਕਰਨ ਵਾਲੇ ਬਹੁ ਗਿਣਤੀਵਾਦੀ ਮੀਡੀਆ ਨੂੰ ਖੁੱਲੀਆਂ ਛੁੱਟੀਆਂ ਦੇ ਦਿਓ। ਇਹ ਕੋਈ ਇਨਸਾਫ ਨਹੀਂ ਹੈ। ਬਿਲਕੁਲ। ਤੇ ਇੱਥੇ ਇਹ ਵੀ ਗੱਲ ਜ਼ਰੂਰ ਮੈਂ ਡਿਸਕਸ ਕਰਨੀ ਚਾਹੂੰਗਾ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਗੱਲ ਕੱਲੀ ਹੁਣ ਤੇ ਹੈ ਜਿਹੜਾ ਜਿਸ ਨੁਕਤੇ ਨੂੰ ਅਸੀਂ ਸਾਹਮਣੇ ਲੈ ਕੇ ਆ ਰਹੇ ਹਾਂ ਜਾਂ ਜਿਹਦੇ ਤੇ ਵਿਚਾਰ ਚਰਚਾ ਕਰ ਰਹੇ ਹਾਂ, ਉਹ ਇਹੀ ਹੈ ਕਿ ਜਿਹੜਾ ਸਿੱਖ ਮੀਡੀਆ ਹੈ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਸ਼ੇਸ਼ ਕਰਕੇ। ਪਰ ਜੇ ਓਵਰਆਲ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨੀ ਹੋਵੇ, ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੀ ਗੱਲ ਕਰਨੀ ਹੋਵੇ, ਤਾਂ ਵੀ ਜਿਹੜੇ ਹਾਲਾਤ ਨੇ ਉਹ ਬਹੁਤੇ ਸੁਖਾਵੇਂ ਨਹੀਂ ਨਜ਼ਰ ਆਉਂਦੇ। ਜਿਹੜਾ ਵੀ ਬੰਦਾ ਜਾਂ ਜਿਹੜੀ ਵੀ ਆਰਗੇਨਾਈਜੇਸ਼ਨ, ਜਿਹੜਾ ਵੀ ਮੀਡੀਆ ਵਿਰੋਧ ਕਰਦਾ ਹੈ ਸਰਕਾਰੀ ਪੱਖ ਦਾ, ਉਹਨੂੰ ਕਿਤੇ ਨਾ ਕਿਤੇ ਦੱਬਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਕੀਤੀਆਂ ਜਾਂਦੀਆਂ ਨੇ ਤੇ ਜਿਹੜੀ ਸਥਿਤੀ ਆ ਉਹ ਵੱਧ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ। ਇਸ ਪਾਰਟ ਨੂੰ ਜੇ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ ਤਾਂ ਕੀ ਨਜ਼ਰ ਆਉਂਦਾ? ਬੜਾ ਕਲੀਅਰ ਹੈ। ਜਿਵੇਂ ਹੁਣ ਕਸ਼ਮੀਰ ਦੇ ਵਿੱਚ ਅਸੀਂ ਵੇਖਦੇ ਹਾਂ, ਕੋਈ ਜਿਹੜੇ ਜ਼ਿੰਮੇਵਾਰ ਪੱਤਰਕਾਰ ਨੇ ਗੌਹਰ ਗਿਲਾਨੀ ਵਰਗੇ, ਉਹਨਾਂ ਦੇ ਖਿਲਾਫ ਪਰਚਾ ਕਰ ਦਿੱਤਾ ਗਿਆ, UAPA ਵਰਗੀ ਸਖਤ ਧਾਰਾ ਲਾ ਦਿੱਤੀ ਗਈ। ਇਸ ਦੇ ਉਲਟ ਅਰਨਾਬ ਗੋਸਵਾਮੀ ਵਰਗੇ ਜਿਹੜੇ ਗੋਦੀ ਮੀਡੀਆ ਦੀ ਨੁਮਾਇੰਦਗੀ ਕਰਦੇ ਨੇ, ਸਰਕਾਰ ਉਹਨਾਂ ਦੀ ਪੁਸ਼ਤਨਾਈ ਕਰ ਰਹੀ ਹੈ। ਜਿਹੜੇ ਸ਼ਰਿਆਮ ਮੁਸਲਿਮ ਕਮਿਊਨਿਟੀ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ, ਤਬਲੀਗੀਆਂ ਨੂੰ ਬਦਨਾਮ ਕਰ ਰਹੇ ਨੇ ਜਾਂ ਹਰ ਵੇਲੇ ਪਾਕਿਸਤਾਨ ਦੇ ਖਿਲਾਫ ਝਾੜਦੇ ਨੇ, ਇਸ ਜਿਹੜੀ ਜ਼ਹਿਰ ਉਗਲਣ ਵਾਲੀ ਜਿਹੜੀ ਪੱਤਰਕਾਰੀ ਹੈ ਗੋਦੀ ਮੀਡੀਆ ਵਾਲੇ ਕਰ ਰਹੇ ਨੇ, ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਗਈਆਂ। ਤੇ ਬਹੁਤ ਸ਼ਰਮ ਦੀ ਗੱਲ ਹੈ। ਇਸ ਦੇ ਵਿੱਚੋਂ ਵੀ ਸਾਨੂੰ ਨਜ਼ਰ ਆ ਰਿਹਾ ਕਿ ਪਾਲਾਬੰਦੀ ਬਿਲਕੁਲ ਪ੍ਰਤੱਖ ਰੂਪ ਵਿੱਚ ਅਸੀਂ ਵੇਖ ਸਕਦੇ ਹਾਂ। ਉਹ ਪਾਲਾਬੰਦੀ ਸਿਰਫ ਸਿਆਸਤ ਤੱਕ ਮਹਿਦੂਦ ਨਹੀਂ ਰਹੀ, ਉਹ ਪਾਲਾਬੰਦੀ ਸਿਰਫ ਸਮਾਜ ਤੱਕ ਜਿਹੜੀ ਕੇਂਦਰਿਤ ਨਹੀਂ ਰਹੀ, ਉਹ ਪਾਲਾਬੰਦੀ ਹੁਣ ਮੀਡੀਆ ਜਗਤ ਵਿੱਚ ਅਸੀਂ ਵੇਖ ਰਹੇ ਹਾਂ। ਇਹ ਜਿਹੜੇ ਲੋਕਾਂ ਲਈ ਕੰਮ ਕਰਨ ਵਾਲੇ ਪੱਤਰਕਾਰ ਨੇ ਉਹ ਬਹੁਤ ਥੋੜੀ ਗਿਣਤੀ 'ਚ ਨੇ। ਉਹਨਾਂ ਨੂੰ ਚੁਣੌਤੀਆਂ ਵੀ ਆ ਰਹੀਆਂ ਨੇ, ਚਾਹੇ ਉਹ ਰਵੀਸ਼ ਕੁਮਾਰ ਹੋਵੇ, ਚਾਹੇ ਉਹ ਵਿਨੋਦ ਦੁਆ ਹੋਵੇ, ਚਾਹੇ ਸਿਧਾਰਥ ਵਰਦਰਾਜਨ ਹੋਵੇ, ਚਾਹੇ ਕਸ਼ਮੀਰ ਦੇ ਪੱਤਰਕਾਰ ਹੋਣ ਜਾਂ ਕੁਝ ਪੰਜਾਬ ਦੇ ਸਿੱਖ ਪੱਤਰਕਾਰ ਜਾਂ ਪੰਜਾਬੀ ਪੱਤਰਕਾਰ ਹੋਣ। ਪਰ ਦੂਜੇ ਬੰਦੇ ਜਿਹੜੇ ਉਲਾਰ ਹੋ ਕੇ ਸਰਕਾਰ ਦੇ ਹੱਕ 'ਚ ਉਹਨਾਂ ਦਾ ਹੱਥੋਕਾ ਬਣ ਕੇ ਕੰਮ ਕਰ ਰਹੇ ਨੇ, ਔਰ ਜਿਹੜਾ ਜਿਹਨੂੰ ਅਸੀਂ ਕਹਿੰਦੇ ਗੋਦੀ ਮੀਡੀਆ, ਉਹਦੇ ਕਿਸੇ ਕਿਸਮ ਦੀ ਕੋਈ ਰੋਕ, ਕੋਈ ਪ੍ਰਤੀਬੰਧ ਨਹੀਂ ਹੈ। ਸੋ ਇਹ ਆਪਣੇ ਆਪ 'ਚ ਬਹੁਤ ਵੱਡਾ ਇੱਕ ਖਤਰਨਾਕ ਰੁਝਾਨ ਹੈ। ਇੱਕ ਤਾਂ ਜਿਹੜਾ ਮੀਡੀਆ ਦੀ ਆਜ਼ਾਦੀ ਬਾਰੇ ਇੱਕ ਲੋਕਾਂ ਦੇ ਮਨਾਂ 'ਚ ਧਾਰਨਾ ਬਣੀ ਹੋਈ ਹੈ, ਕਿਉਂਕਿ ਦੁਨੀਆ ਭਰ 'ਚ ਖਬਰਾਂ ਵੀ ਲੱਗਦੀਆਂ ਜਦੋਂ ਇੰਡੀਆ ਬਾਰੇ ਇਲੈਕਸ਼ਨਾਂ ਹੁੰਦੀਆਂ ਤੇ ਅਕਸਰ ਇੱਥੋਂ ਦੀਆਂ ਅਖਬਾਰਾਂ ਜਾਂ ਇੱਥੋਂ ਦੀ ਵੈਬਸਾਈਟਾਂ ਵਿੱਚ ਇੰਡੀਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ, ਪੋਰਟਰੇ ਕੀਤਾ ਜਾਂਦਾ ਕਿ ਵਰਲਡਸ ਲਾਰਜੈਸਟ ਡੈਮੋਕ੍ਰੇਸੀ, ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ।
ਪਰ ਸੱਚਾਈ ਇਹ ਕਿ ਉੱਥੇ ਆਜ਼ਾਦੀ ਜਿਹੜੀ ਮੀਡੀਆ ਦੀ ਕਾਫੀ ਲੰਬੇ ਸਮੇਂ ਤੋਂ ਨੱਪੀ ਜਾ ਰਹੀ ਹੈ। ਇਹ ਤਾਂ ਚਲੋ ਹੁਣ ਮੋਦੀ ਸਰਕਾਰ ਵੇਲੇ ਬਹੁਤ ਕੁਝ ਪ੍ਰਤੱਖ ਰੂਪ 'ਚ ਹੋ ਰਿਹਾ, ਜਦੋਂ ਸਿੱਧੇ ਤੌਰ ਤੇ ਸੱਜੇ ਪੱਖੀ ਸਰਕਾਰ ਉੱਥੇ ਬੈਠੀ ਹੈ ਜਿਸ ਦੀਆਂ ਦਿਲਚਸਪੀਆਂ ਇਹੋ ਜਿਹੀਆਂ ਨੇ। ਪਰ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਉਦੋਂ ਵੀ ਉਹ ਵੀ ਬਹੁਤੀ ਦੋ ਧੋਤੀਆਂ ਨਹੀਂ ਸੀਗੀਆਂ। ਇੰਦਰਾ ਗਾਂਧੀ ਵੇਲੇ ਜੋ ਐਮਰਜੈਂਸੀ ਵੇਲੇ ਦੌਰ ਵੇਖਣ ਨੂੰ ਮਿਲਿਆ, ਜਿਵੇਂ ਪੱਤਰਕਾਰਾਂ ਦੀ ਆਜ਼ਾਦੀ ਖੋਈ ਗਈ, ਉਹ ਕੋਈ ਲੁਕੀ ਛਿਪੀ ਗੱਲ ਨਹੀਂ। ਜਦੋਂ ਸਾਕਾ ਨੀਲਾ ਤਾਰਾ ਹੋਇਆ, ਜਿਵੇਂ ਪੰਜਾਬ ਵਿੱਚ ਸਮੁੱਚੇ ਪੰਜਾਬ ਸੈਂਸਰਸ਼ਿਪ ਲਾ ਦਿੱਤੀ ਗਈ ਔਰ ਦੂਰਦਰਸ਼ਨ ਦੇ ਉੱਤੇ ਮਨਮਰਜ਼ੀ ਦੀਆਂ ਖਬਰਾਂ ਪਰੋਸੀਆਂ ਗਈਆਂ, ਇਹ ਸਾਰੇ ਜਿਹੜੇ ਰੁਝਾਨ ਨੇ ਇਹ ਬਹੁਤੇ ਵਧੀਆ ਨਹੀਂ। ਸੋ ਇਹ ਲੱਛਣ ਜਿਹੜੇ ਆ ਅਸੀਂ ਵੇਖ ਰਹੇ ਹਾਂ ਅੱਜ, ਇਹ ਕੋਈ ਏਦਾਂ ਨਹੀਂ ਹੋਇਆ ਕਿ ਮੋਦੀ ਦੇ ਆਉਣ ਨਾਲ ਹੀ ਪੈਦਾ ਹੋਏ ਨੇ। ਇਹਦੇ ਲੱਛਣ ਤਾਂ ਪਹਿਲਾਂ ਦੇ ਸੀਗੇ, ਹੁਣ ਥੋੜਾ ਜਿਹਨੂੰ ਕਹਿੰਦੇ ਖੋਲ ਖਿਲਾ ਕੇ ਸਾਰਾ ਕੁਝ ਸਾਹਮਣੇ ਆ ਗਿਆ। ਸੋ ਅੱਜ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਲੋਕ ਗੰਭੀਰਤਾ ਨਾਲ ਵਿਚਾਰ ਕਰਨ, ਪਹਿਲਾਂ ਤੇ ਮਰਜ਼ ਦੀ ਜੜ ਨੂੰ ਲੱਭਣ ਔਰ ਜੜ ਲੱਭਣ ਤੋਂ ਬਾਅਦ ਜਿਹੜਾ ਮੌਜੂਦਾ ਜਿਹੜੀ ਚੁਣੌਤੀ ਹੈ ਪਹਿਲਾਂ ਉਸਦਾ ਸਾਹਮਣਾ ਕਰਨ, ਫਿਰ ਅਗਾਂਹ ਲੰਮੇ ਸਮੇਂ ਤੱਕ ਇਸ ਤਰ੍ਹਾਂ ਨਾ ਹੋਵੇ ਉਸ ਦੇ ਲਈ ਕੋਈ ਲੰਮੀ ਨੀਤੀ ਅਪਣਾਈ ਜਾਵੇ। ਜੀ, ਤੁਹਾਨੂੰ ਲੱਗਦਾ ਕਿ ਜਿਹੜੀ ਹੈ ਇਹ ਜੋ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਅਵੇਅਰਨੈਸ ਹੈ ਉਹਦੇ ਨਾਲ ਜਾਂ ਅਦਰਵਾਈਜ਼ ਜਿਹੜੇ ਸਟੈਪਸ ਨੇ ਉਹ ਲਏ ਜਾ ਸਕਦੇ ਨੇ ਜਿਹਦੇ ਨਾਲ ਇਹ ਸਾਰੇ ਪਾਰਟ ਨੂੰ ਠੱਲ ਪਾਈ ਜਾ ਸਕਦੀ ਹੈ? ਕਿਉਂਕਿ ਈਵਨ ਸਾਡੇ ਨਾਲ ਸਿੱਖ ਮੀਡੀਆ ਦੇ ਨਾਲ ਜੇ ਗੱਲ ਕਰਨੀ ਹੋਵੇ ਤੇ ਜਿਹੜੀ ਕਾਊਂਟਰ ਕਰੰਟਸ ਹੈ ਜਾਂ ਦ ਵਾਇਰ ਹੈ, ਉਹਨਾਂ ਦੇ ਜਿਹੜੇ ਲਿੰਕਸ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਅਟੈਕ ਜਿਹੜਾ ਹੈ ਉਹ ਦੇਖਣ ਦੇ ਵਿੱਚ ਆਇਆ। ਸੋ ਜਿਹੜਾ ਵੀ ਮੀਡੀਆ ਜਾਂ ਜਿਹੜੀ ਵੀ ਗੱਲ ਵਿਰੋਧ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਉਹਨੂੰ ਦੱਬਣ ਦੀ ਜਿਹੜੀ ਨੀਤੀ ਆ ਹੁਣ ਇਸ ਲੈਵਲ ਤੱਕ ਜਾ ਚੁੱਕੀ ਹੈ ਕਿ ਇਹ ਹੁਣ ਇਸ ਚੀਜ਼ ਨੂੰ ਕਾਊਂਟਰ ਕੀਤਾ ਜਾ ਸਕਦਾ ਹੈ? ਦੇਖੋ, ਕਾਊਂਟਰ ਕਰਨ ਲਈ ਤਾਂ ਪਹਿਲੀ ਗੱਲ ਲੋਕਾਂ 'ਚ ਇਸ ਗੱਲ ਦੀ ਚਿਣਤ ਹੋਣੀ ਚਾਹੀਦੀ। ਲੋਕ ਇਹ ਫੈਸਲਾ ਕਰ ਲੈਣ, ਏਕਾ ਕਰ ਲੈਣ ਕਿ ਅਸੀਂ ਗੋਦੀ ਮੀਡੀਆ ਦੀ ਗੱਲ ਨਹੀਂ ਸੁਣਨੀ, ਅਸੀਂ ਤਾਂ ਆਲਟਰਨੇਟਿਵ ਮੀਡੀਆ ਦੇ ਨਾਲ ਖੜਨਾ। ਆਲਟਰਨੇਟਿਵ ਮੀਡੀਆ ਇਸ ਸਮੇਂ ਮੁੱਖ ਤੌਰ ਤੇ ਜਿਹੜੀਆਂ ਇੰਡੀਵਿਜੂਅਲ ਡੋਨੇਸ਼ਨ ਤੋਂ ਸਰਵਾਈਵ ਕਰ ਰਿਹਾ, ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਵੀ ਬਹੁਤੇ ਇਸ਼ਤਿਹਾਰ ਨਹੀਂ ਮਿਲ ਰਹੇ ਜੀ। ਔਰ ਇਹ ਸਥਿਤੀ ਵੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਨੂੰ ਜਾ ਕੇ ਕਾਂਗਰਸ ਜਾਂ ਕਿਸੇ ਹੋਰ ਅਖੌਤੀ ਸੈਕੂਲਰ ਜਮਾਤ ਤੋਂ ਥੰਮੀ ਲੈਣੀ ਪੈ ਜਾਵੇ। ਇਹੋ ਜਿਹੇ ਹਾਲਾਤ ਦੇ ਵਿੱਚ ਲੋਕੀ ਨਿਰਣਾ ਕਰਨ ਕਿ ਸਾਨੂੰ ਕੀ ਕਰਨਾ ਚਾਹੀਦਾ। ਜੇ ਲੋਕ ਗੋਦੀ ਮੀਡੀਆ ਨੂੰ ਬਾਈਕਾਟ ਕਰਨਾ ਸ਼ੁਰੂ ਕਰ ਦੇਣ, ਫੋਲੋ ਕਰਨਾ ਬੰਦ ਕਰ ਦੇਣ, ਉਹਨਾਂ ਦੀ ਦੁਕਾਨਦਾਰੀ ਆਪਣੇ ਬੰਦ ਹੋ ਜਾਣੀ। ਪਰ ਹਾਲਾਤ ਤੇ ਬਣੇ ਹੋਏ ਕਿ ਜਿਹੜੀ ਸਮੱਸਿਆ ਦੀ ਜੜ ਹੈ ਉਹ ਕੱਲੀ ਮੀਡੀਆ ਇੰਡਸਟਰੀ ਸੀਮਤ ਹੈ ਨਹੀਂ, ਸਮੱਸਿਆ ਦੀ ਜੜ ਪੂਰੇ ਸਮਾਜ ਦੇ ਵਿੱਚ ਹੈ। ਜੀ, ਜਿਹੜਾ ਸਮਾਜ ਹੈ, ਸਮਾਜ ਹੀ ਤਾਂ ਬਣ ਗਿਆ ਕਿ ਉਹਦੇ ਚ ਜਿਸ ਕਿਸਮ ਦੀ ਤੁਸੀਂ ਵੇਖੋ 2019 ਵਿੱਚ ਜਿਹੜੀਆਂ ਪਾਰਲੀਮੈਂਟ ਦੀ ਚੋਣਾਂ ਹੋਈਆਂ, ਕਈਆਂ ਨੂੰ ਆਸ ਸੀ ਕਿ ਇਸ ਵਾਰ ਮੋਦੀ ਦੀਆਂ ਸੀਟਾਂ ਘਟਣਗੀਆਂ, ਪਰ ਸੀਟਾਂ ਘਟਣ ਦੀ ਥਾਂ ਸੀਟਾਂ ਵੱਧ ਗਈਆਂ। ਸਗੋਂ ਰਾਜ ਉਹਨਾਂ ਦਾ ਹੋਰ ਪੱਕਾ ਹੋ ਗਿਆ, ਹੋਰ ਮਜ਼ਬੂਤ ਹੋ ਗਿਆ। ਕੀ ਲੋਕਾਂ ਨੂੰ ਆਸਿਫ ਅਲੀ ਸਕੀਮ ਨਹੀਂ ਸੁਣੀ ਹੈ? ਇੱਕ 8 ਸਾਲਾ ਬੱਚੀ ਜਿਸ ਦਾ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਔਰ ਬੀਜੇਪੀ ਦੇ ਗੁੰਡਿਆਂ ਨੇ ਤਿਰੰਗਾ ਲੈ ਕੇ ਉਹਨਾਂ ਦੇ ਹੱਕ 'ਚ ਮੁਜ਼ਾਹਰਾ ਕੀਤਾ, ਜਿਹੜੇ ਸਾਰਾ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ। ਕੀ ਲੋਕਾਂ ਨੂੰ ਜੋ ਕੁਝ ਕਸ਼ਮੀਰ 'ਚ ਹੋਇਆ, ਕਸ਼ਮੀਰੀ ਲੋਕਾਂ ਨਾਲ ਹੋਇਆ, ਉਹਨਾਂ ਦੀ ਸਿਸਕੀਆਂ ਨਹੀਂ ਸੁਣੀਆਂ? ਜਾਂ ਥੋੜਾ ਪਿੱਛੇ ਚੱਲ ਜਾਈਏ, 84 ਦੀ ਗੱਲ ਹੀ ਕਰ ਲਈਏ, ਜੋ ਕੁਝ ਉਦੋਂ ਸਿੱਖ ਭਾਈਚਾਰੇ ਨਾਲ ਹੋਇਆ, ਕੀ ਲੋਕਾਂ ਨੂੰ ਸਿੱਖ ਭਾਈਚਾਰੇ ਦੀਆਂ ਸਿਸਕੀਆਂ ਦਰਦ ਨਹੀਂ ਸੁਣਿਆ? ਜਦੋਂ ਉਸ ਤੋਂ ਬਾਅਦ ਵੀ ਭਾਰੀ ਬਹੁਮਤ ਦੇ ਰਜੀਵਾ ਨੂੰ ਜਿਤਾਇਆ ਗਿਆ। ਮੇਰਾ ਮਤਲਬ ਕਹਿੰਦਾ ਜਿਹੜਾ ਇਸ ਕਿਸਮ ਦੀ ਜਾਂ ਬਹੁਤ ਗਿਣਤੀਵਾਦ ਆ, ਜਿਹੜਾ ਸਮਾਜ ਖਿਲਰ ਗਿਆ, ਜਿਸ ਨੂੰ ਸਮਾਜ ਨੇ ਇੱਕ ਨੋਰਮ ਬਣਾ ਲਿਆ ਆਪਣੇ ਲਈ, ਇਹ ਉਸਦੇ ਲੱਛਣ ਨੇ। ਜਦੋਂ ਤੱਕ ਉੱਥੇ ਸਮੱਸਿਆ ਨਹੀਂ ਅਸੀਂ ਉਹਨੂੰ ਤਰੀਕੇ ਨਾਲ ਹੈਂਡਲ ਕਰਦੇ, ਉਦੋਂ ਤੱਕ ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਲੈ ਸਕਦੇ ਕਿ ਮੀਡੀਆ ਵਿੱਚ ਸਭ ਕੁਝ ਠੀਕ ਹੋ ਜਾਊਗਾ। ਕਿਉਂਕਿ ਮੀਡੀਆ ਵੀ ਉਸ ਵੱਡੇ ਸਮਾਜ ਦਾ ਹਿੱਸਾ ਹੈ। ਉਸ ਤੋਂ ਮੀਡੀਆ ਨੂੰ ਉਸ ਦੀਆਂ ਦਿਲਚਸਪੀਆਂ ਨੂੰ, ਸਮਾਜ ਵਿਚਲੀਆਂ ਦਿਲਚਸਪੀਆਂ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਜੀ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਬੜੀ ਇੱਕ ਪਤੇ ਦੀ ਕੀਤੀ ਹੈ ਵੀ ਗੱਲ ਇਕੱਲੇ ਮੀਡੀਆ ਦੇ ਉੱਤੇ ਨਹੀਂ ਰੁਕਦੀ, ਗੱਲ ਸਮਾਜ ਦੀ ਹੈ। ਜੇ ਓਵਰਆਲ ਸਮਾਜ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ, ਇਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਪੋਲਰਾਈਜੇਸ਼ਨ ਹੈ ਉਹ ਬਹੁਤ ਵੱਡੇ ਲੈਵਲ ਤੇ ਹੋਈ ਹੈ ਤੇ ਉਹਦੀਆਂ ਜੜ੍ਹਾਂ ਮੈਂ ਜ਼ਰੂਰ ਜਾਣਨਾ ਚਾਹੂੰਗਾ ਵੀ ਕੀ ਸਮਝਦੇ ਉਹਦੀਆਂ ਉਸ ਪੋਲਰਾਈਜੇਸ਼ਨ ਦੀਆਂ ਜੜ੍ਹਾਂ ਕਿੱਥੇ ਪਈਆਂ ਹੋਈਆਂ ਨੇ ਤੇ ਉਹ ਪੋਲਰਾਈਜੇਸ਼ਨ ਕਿਵੇਂ ਲੋਕਾਂ ਤੱਕ ਜਿਹੜੀ ਹੈ ਉਹ ਡਿਸੈਮੀਨੇਟ ਕੀਤੀ ਜਾਂਦੀ ਹੈ। ਅਸੀਂ ਹੁਣ ਭਾਵੇਂ ਉਹ 1984 ਦੀ ਗੱਲ ਹੋਵੇ, ਅਸੀਂ ਜਦੋਂ ਦੇਖਦੇ ਹਾਂ ਹੁਣ ਜਿੱਥੇ ਇੱਕ ਪਾਸੇ ਅਵੇਅਰਨੈਸ ਦੀ ਗੱਲ ਹੁੰਦੀ ਹੈ, ਉੱਥੇ ਦੂਜੇ ਪਾਸੇ ਉਹਦਾ ਵਿਰੋਧ ਵੀ ਸਾਹਮਣੇ ਆਉਂਦਾ। ਇਹੀ ਗੱਲ 1984 ਦੇ ਵਿੱਚ ਦੇਖਣ ਨੂੰ ਮਿਲੀ ਸੀ। ਇਹੀ ਗੱਲ ਜੇ ਮੁਸਲਮਾਨਾਂ ਦੇ ਆਪਣੇ ਤਬਲੀਗੀ ਜਮਾਤ ਦਾ ਇਸ਼ੂ ਹੋਵੇ ਉਹਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਜਿੱਥੇ ਪਾਸੇ ਇੱਕ ਨੈਰੇਟਿਵ, ਇੱਕ ਭਾਈਚਾਰਾ ਜਾਂ ਇੱਕ ਤਰਫਾ ਨੈਰੇਟਿਵ ਲੋਕਾਂ ਦੇ ਸਾਹਮਣੇ ਫੈਕਟ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ, ਉੱਥੇ ਦੂਜੇ ਪਾਸੇ ਉਹਦਾ ਵਿਰੋਧ ਹੁੰਦਾ ਹੈ। ਸੋ ਜਿਹੜੀ ਇਹ ਪੋਲਰਾਈਜੇਸ਼ਨ ਹੈ, ਜਦੋਂ ਇਹ ਸਮਾਜ ਦੇ ਵਿੱਚ ਇਸ ਲੈਵਲ ਤੱਕ ਹੋ ਗਈ ਹੈ, ਜ਼ਰੂਰ ਸਾਡਾ ਦੇਖਣਾ ਬਣਦਾ ਹੈ ਕਿ ਇਹਦੇ ਕਾਰਨ ਕੀ ਨੇ ਤੇ ਕਿਵੇਂ ਉਹ ਕਿੰਨਾ ਹੱਥਕੰਡਿਆਂ ਰਾਹੀਂ ਉਹ ਜਿਹੜੀ ਪੋਲਰਾਈਜੇਸ਼ਨ ਹੈ ਉਹ ਸਮਾਜ ਦੇ ਵਿੱਚ ਉਤਾਰੀ ਜਾਂਦੀ ਹੈ। ਅਮਰਵੀਰ ਸਿੰਘ ਦੀ ਗੱਲ ਦੱਸਾਂ ਕਿ ਜਦੋਂ ਭਾਰਤ ਆਜ਼ਾਦ ਹੋਇਆ, ਜਦੋਂ ਉੱਥੋਂ ਗੋਰੇ ਛੱਡ ਗਏ ਉਸ ਮੁਲਕ ਨੂੰ, ਉਸ ਵੇਲੇ ਬੜਾ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਬਹੁਤ ਵਧੀਆ ਲੀਹਾਂ ਤੇ ਚੱਲ ਰਹੇ ਹਾਂ, ਇੱਕ ਮਾਡਰਨ ਨੇਸ਼ਨ ਦੀ ਉਸਾਰੀ ਹੋਵੇਗੀ।
ਪਰ ਲੋਕੀ ਇਹ ਵੇਖ ਨਹੀਂ ਸੀ ਪਾ ਰਹੇ ਕਿ ਉਸ ਵੇਲੇ ਤਾਂ ਕਈ ਚੀਜ਼ਾਂ ਦੇ ਉੱਤੇ ਡਿਸਕਸ਼ਨ ਨਹੀਂ ਸੀ ਹੋ ਰਹੀ, ਔਰ ਇਹ ਮੰਨ ਲਿਆ ਗਿਆ ਕਿ ਠੀਕ ਹੈ ਲੋਕ ਅਗਾਂਹ ਤੁਰਨਾ ਚਾਹੁੰਦੇ, ਤਰੱਕੀ ਚਾਹੁੰਦੇ ਨੇ। ਸੋ ਉਸ ਜਗ੍ਹਾ ਚਾਹੁਣ ਦੇ ਵਿੱਚ ਲੋਕਾਂ ਨੇ ਜਿਹੜਾ ਅਸਲ ਸੰਵਾਦ ਸੀਗਾ, ਜਿਹੜਾ ਗ੍ਰਾਸ ਰੂਟਸ ਤੇ ਹੋਣਾ ਚਾਹੀਦਾ ਸੀਗਾ ਸਮਾਜਿਕ ਪੱਧਰ ਤੇ, ਉਹ ਨਹੀਂ ਕੀਤਾ ਗਿਆ। ਮਿਸਾਲ ਦੇ ਤੌਰ ਤੇ ਹੁਣ ਕਾਂਗਰੇਡਾਂ ਦੀਆਂ ਸਰਕਾਰਾਂ, ਬੰਗਾਲ 'ਚ ਵੀ ਰਾਜ ਰਿਹਾ ਕਾਫੀ ਲੰਬੇ ਸਮੇਂ ਤੱਕ ਉਹਨਾਂ ਦਾ, ਕੇਰਲ 'ਚ ਹੁਣ ਵੀ ਇਸ ਵੇਲੇ ਵੀ ਹੈ। ਬਾਵਜੂਦ ਇਸਦੇ ਉਹਨਾਂ ਸੂਬਿਆਂ ਵਿੱਚ ਵੀ ਮਿਸਾਲ ਦੇ ਤੌਰ ਤੇ ਮੈਂ ਦੱਸ ਰਿਹਾ ਕਿ ਜਿਵੇਂ ਕਾਲਾ ਜਾਦੂ ਵੀ ਚੱਲਦਾ ਹੈ, ਜ਼ਾਤ ਪਾਤ ਦਾ ਕੋਡ ਵੀ ਜਾਰੀ ਹੈ, ਬੜਾ ਕੁਝ ਚੱਲ ਰਿਹਾ ਜੀ। ਜਦੋਂ ਤੱਕ ਸਮਾਜ ਵਿੱਚ ਤਬਦੀਲੀ ਨਹੀਂ ਹੁੰਦੀ, ਸਮਾਜਿਕ ਇਨਕਲਾਬ ਲਿਆਉਣ ਦੀ ਅਸੀਂ ਗੱਲ ਨਹੀਂ ਕਰਦੇ, ਉਦੋਂ ਤੱਕ ਕੋਈ ਵੱਡਾ ਸੁਧਾਰ ਨਹੀਂ ਹੋ ਸਕਦਾ। ਜੇ ਅਸੀਂ ਕਹੀਏ ਕਿ ਪਾਰਲੀਮੈਂਟ 'ਚ ਬਹਿ ਕੇ ਗੱਲਾਂ ਮਾਰ ਕੇ ਅਸੀਂ ਸੁਧਾਰ ਕਰ ਲਾਂਗੇ, ਉਹ ਸੁਧਾਰ ਨਹੀਂ ਗਾ। ਜਿਹੜੀ ਬਿਮਾਰੀ ਹੈ ਸਮਾਜ ਵਿੱਚ, ਮੁਆਸ਼ਰੇ 'ਚ ਫੈਲੀ ਹੋਈ ਹੈ, ਉਸ ਦੇ ਲਈ ਸਾਨੂੰ ਬਹੁਤ ਵਿਵਾਕੀ ਨਾਲ ਕੰਮ ਕਰਨਾ ਪਊਗਾ। ਸੋ ਭਾਰਤ ਦੀ ਆਜ਼ਾਦੀ ਜਦੋਂ ਹੋਈ ਹੈ, ਉਸ ਵੇਲੇ ਕਈ ਇਹੋ ਜਿਹੀਆਂ ਗੱਲਾਂ ਹੋਈਆਂ ਜਿਸ ਦੀ ਨਿਸ਼ਾਨਦੇਹੀ ਸਹੀ ਢੰਗ ਨਾਲ ਨਹੀਂ ਹੋਈ, ਔਰ ਜਿਸ ਦੀ ਨਿਸ਼ਾਨਦੇਹੀ ਕਰਨ ਦੀ ਬੇਈਮਾਨੀ ਵੀ ਹੋਈ ਹੈ, ਔਰ ਜਿਸ ਨੂੰ ਸਹੀ ਢੰਗ ਨਾਲ ਨਹੀਂ ਲਿਆ ਗਿਆ ਚੁਣੌਤੀਆਂ ਨੂੰ। ਉਹ ਚੁਣੌਤੀਆਂ ਵਧੀਆਂ ਅੱਜ ਇੱਥੇ ਆ ਖਲੋਤੀਆਂ ਕਿ ਉਹ ਹਿੰਦੂ ਰਾਸ਼ਟਰ ਹੋ ਨਿਬੜਿਆ। ਹੁਣ ਉਹਦੇ ਵਿੱਚ ਗਾਂਧੀ ਵੀ ਕਸੂਰਵਾਰ ਹੈ, ਬੇਸ਼ੱਕ ਇਸ 'ਚ ਕੋਈ ਸ਼ੱਕ ਨਹੀਂ ਕਿ ਮਹਾਤਮਾ ਗਾਂਧੀ ਨੂੰ ਨਥੂਰਾਮ ਗੋਡਸੇ ਨੇ ਮਾਰਿਆ, ਹਿੰਦੂਤਵੀ ਦਹਿਸ਼ਤਗਰਦ ਨੇ ਮਾਰਿਆ। ਹਿੰਦੂਤਵੀ ਦਹਿਸ਼ਤਗਰਦ ਗਾਂਧੀ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੇ ਸੀ। ਪਰ ਗਾਂਧੀ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਜਦੋਂ ਉਸਨੇ ਵੀ ਧਰਮ ਦਾ ਆਸਰਾ ਲੈ ਲਿਆ ਔਰ ਵਰਣ ਵੰਡ 'ਚ ਉਸਦਾ ਵਿਸ਼ਵਾਸ ਸੀ, ਭਾਵੇਂ ਛੂਆ-ਛਾਤ ਦਾ ਵਿਰੋਧ ਉਸਨੇ ਕੀਤਾ, ਪਰ ਵਰਣ ਵੰਡ ਆਪਣੇ ਆਪ 'ਚ ਬਹੁਤ ਵੱਡੀ ਸਮੱਸਿਆ ਹੈ। ਤੁਸੀਂ ਉਸ ਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ? ਸੋ ਉਹਦੇ ਤੇ ਕੋਈ ਡਾਇਲੋਗ ਉਸ ਕਿਸਮ ਦਾ ਨਹੀਂ ਹੋਇਆ। ਸਾਇੰਟਿਫਿਕ ਵਿਜ਼ਨ ਦੀ ਜਦੋਂ ਗੱਲ ਹੁੰਦੀ ਕਿ ਸਾਇੰਟਿਫਿਕ ਵਿਜ਼ਨ ਨਾਲ ਮੁਲਕ ਚਲਾਇਆ ਜਾਵੇ, ਉਹ ਸਾਇੰਟਿਫਿਕ ਟੈਂਪਰਾਮੈਂਟ ਦੀ ਗੱਲ ਵੀ ਇੰਡੀਆ 'ਚ ਬਹੁਤ ਲੋਕੀ ਅੜੀਆਂ ਚੱਕ ਕੇ ਕਰਦੇ ਰਹੇ ਨੇ। ਪਰ ਕੀ ਸਮਾਜਿਕ ਤੌਰ ਦੇ ਉੱਤੇ ਜਿਹੜੀ ਇੱਕ ਚੇਤਨਾ ਹੈ, ਵਿਗਿਆਨਿਕ ਚੇਤਨਾ, ਉਹਨੂੰ ਫੈਲਾਉਣ ਲਈ ਕੋਈ ਇਮਾਨਦਾਰੀ ਨਾਲ ਕੰਮ ਹੋਏਗਾ ਉੱਥੇ? ਬਿਲਕੁਲ ਨਹੀਂ ਹੋਏ। ਉਲਟ ਗੱਲ ਇਹ ਹੈ ਕਿ ਉਹਨਾਂ ਜਿਹੜੀ ਪਾਲਾਬੰਦੀਆਂ ਸਮਾਜ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਸੀਗੀਆਂ, ਘਟੀਆ ਕਿਸਮ ਦੀਆਂ ਪ੍ਰਥਾਵਾਂ, ਜਿਵੇਂ ਕਿ ਜ਼ਾਤ ਪਾਤ ਦਾ ਕੋਡ ਜਾਂ ਅੰਧ ਵਿਸ਼ਵਾਸ ਜਾਂ ਔਰਤਾਂ ਨੂੰ ਜਿਹੜਾ ਹੈ ਪਿੱਛੇ ਧੱਕ ਕੇ ਰੱਖਿਆ ਜਾਵੇ, ਇਹਨਾਂ ਇਸ ਕਿਸਮ ਦੀਆਂ ਜਿਹੜੀਆਂ ਪਿਛਾਂ কিছু ਰੁਚੀਆਂ ਸੀਗੀਆਂ, ਉਹਨਾਂ ਦੇ ਉੱਤੇ ਇਮਾਨਦਾਰੀ ਨਾਲ ਕੰਮ ਨਹੀਂ ਹੋਇਆ। ਉਲਟਾ ਸਿਆਸੀ ਪਾਰਟੀਆਂ ਨੇ ਇਸ ਗੱਲ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਵਿੱਚ ਇੱਕ ਸਧਾਰਨ ਜਿਹਾ ਡਿਸਕੋਰਸ ਖੜਾ ਕਰ ਦਿਓ ਕਿ ਬੀਜੇਪੀ ਵਾਲੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਅਸੀਂ ਸੈਕੂਲਰ ਹਾਂ। ਔਰ ਸੈਕੂਲਰਿਜ਼ਮ ਵਿੱਚ ਵੀ ਕਾਂਗਰਸ ਵਰਗੇ ਪਾਰਟੀਆਂ ਫੇਲ ਹੋਈਆਂ ਨੇ, ਉਹਨਾਂ ਨੇ ਕੁਝ ਹੋਰ ਦਾ ਹੋਰ ਕਰਕੇ ਵਿਖਾਇਆ ਹੈ। ਸੋ ਕਹਿਣ ਦਾ ਮਤਲਬ ਕਿ ਜਿਹੜਾ ਸਮਾਜਿਕ ਤੌਰ ਦੇ ਉੱਤੇ ਕੰਮ ਹੋਣਾ ਚਾਹੀਦਾ ਸੀਗਾ, ਉਹ ਨਹੀਂ ਹੋ ਸਕਿਆ, ਅੱਜ ਵੀ ਨਹੀਂ ਹੋ ਰਿਹਾ। ਉਲਟ ਗੱਲ ਇਹ ਹੋ ਗਈ ਕਿ ਇਹ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਕਿ ਅੱਜ ਉਹ ਬਿਮਾਰੀ ਬਹੁਤ ਵਿਆਪਕ ਰੂਪ ਵਿੱਚ ਸਾਰੇ ਸਮਾਜ ਵਿੱਚ ਖਿਲਰੀ ਹੋਈ ਨਜ਼ਰ ਆ ਰਹੀ ਹੈ। ਸੋ ਜਿਵੇਂ ਕਰੋਨਾ ਵਾਇਰਸ ਨਾਲ ਅਸੀਂ ਜੂਝ ਰਹੇ ਹਾਂ, ਕਰੋਨਾ ਵਾਇਰਸ ਵਿਤਕਰਾ ਨਹੀਂ ਕਰ ਰਿਹਾ, ਪਰ ਜਿਹੜਾ ਦੂਜਾ ਵਾਇਰਸ ਹੈ, ਨਫ਼ਰਤ ਦਾ ਵਾਇਰਸ, ਇਹ ਵਿਤਕਰਾ ਕਰ ਰਿਹਾ ਹੈ। ਕਰੋਨਾ ਤਾਂ ਖਤਮ ਵੀ ਹੋ ਜਾਊਗਾ, ਪਰ ਇਹ ਵਾਇਰਸ ਨਹੀਂ ਮੁੱਕਣਾ। ਇਹਨੂੰ ਮੁਕਾਉਣ ਲਈ ਜਿਹੜੀ ਸਮਾਜਿਕ ਪੱਧਰ ਦੇ ਉੱਤੇ ਜ਼ਿੰਮੇਵਾਰੀ ਬਣਦੀ ਸੀ ਸਾਡੇ ਲੀਡਰਾਂ ਦੀ, ਉਹ ਤੇ ਕੁਤਾਹੀ ਹੋਈ ਹੈ। ਉੱਤੇ ਕੰਮ ਜਦੋਂ ਤੱਕ ਨਹੀਂ ਹੁੰਦਾ, ਉਦੋਂ ਤੱਕ ਅਸੀਂ ਇਹ ਆਸ ਨਹੀਂ ਕਰ ਸਕਦੇ ਕਿ ਆਹ ਪਾਰਟੀ ਆ ਜਾਊਗੀ ਜਾਂ ਦੂਜੀ ਪਾਰਟੀ ਆ ਜਾਊਗੀ ਤਾਂ ਉਹਦੇ ਨਾਲ ਕੋਈ ਬਦਲ ਆ ਜਾਊਗਾ। ਉੱਥੇ ਕਮਿਊਨਿਸਟ ਵੀ ਰਾਜ ਕਰ ਚੁੱਕੇ ਨੇ ਵੱਖ-ਵੱਖ ਸਮੇਂ ਦੇ ਵਿੱਚ, ਬੰਗਾਲ, ਕੇਰਲ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਦਿੱਲੀ 'ਚ ਅਸੀਂ ਵੇਖ ਰਹੇ ਹਾਂ। ਪਰ ਕੀ ਉਹ ਸੱਚਮੁੱਚ ਉਹਨਾਂ ਨੇ ਕੋਈ ਆਲਟਰਨੇਟਿਵ ਦਿੱਤਾ ਸਮਾਜਿਕ ਚੇਤਨਾ ਨੂੰ ਉੱਪਰ ਚੱਕਣ ਲਈ ਜਾਂ ਸਮਾਜ ਦੀ ਬਣਤਰ ਨੂੰ ਬਦਲਣ ਲਈ? ਮੇਰਾ ਨਹੀਂ ਖਿਆਲ। ਜੇ ਇਹਦਾ ਹੋਇਆ ਹੁੰਦਾ ਤੇ ਇਹਨਾਂ ਇਹੋ ਜਿਹੇ ਹਾਲਾਤ ਨਹੀਂ ਸੀ ਹੋਣੇ ਜਿਹੜੇ ਅੱਜ ਅਸੀਂ ਵੇਖ ਰਹੇ ਹਾਂ ਜੀ। ਤੇ ਗੱਲਬਾਤ ਨੂੰ ਵਾਪਸ ਲਿਆਈਏ 1984 ਨਾਲ ਜੋੜ ਕੇ, ਜਿਹਦੀ ਵਰ੍ਹੇਗੰਢ ਹੁਣ ਅਸੀਂ ਓਵਰਆਲ ਥਰੂ ਆਊਟ ਸਿੱਖਾਂ ਨੇ ਤੇ ਗੁਰਦੁਆਰਾ ਸਾਹਿਬਾਨਾਂ 'ਚ ਵੀ ਮਨਾਈ ਹੈ, ਤੇ ਅਦਰਵਾਈਜ਼ ਉਹਦੇ ਤੇ ਗੱਲਬਾਤ ਹੋ ਰਹੀ ਹੈ। ਪਰ ਇੱਥੇ ਜਿੱਥੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਿਹੜਾ ਦੂਜਾ ਪੱਖ ਸੀ, ਸਿੱਖਾਂ ਦਾ ਪੱਖ ਸੀ, ਉਹ ਜਦੋਂ ਸਾਹਮਣੇ ਲਿਆ ਕੇ ਰੱਖਿਆ, ਤੇ ਇਹਦੇ ਵਿੱਚ ਥੋੜਾ ਜਿਹਾ ਪੋਜ਼ਿਟਿਵ ਰੋਲ ਇਸ ਵਕਤ ਦੇ ਵਿੱਚ ਜਿਹੜੇ ਆਰਟਿਸਟ ਨੇ ਉਹਨਾਂ ਵੱਲੋਂ ਵੀ ਦੁਹਰਾਇਆ। ਦੇਖੋ ਗੱਲ ਇਸ ਤਰ੍ਹਾਂ ਕਿ ਇੱਕ ਤਾਂ ਜਿਹੜੀ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਆਰਟਿਸਟਾਂ ਨੇ 84 ਦੀ ਗੱਲ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਖਾਸ ਤੌਰ ਤੇ ਕਲਾਕਾਰਾਂ ਨੇ। ਜੀ ਗੁਰਪ੍ਰੀਤ ਸਿੰਘ ਜੀ, ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਿੱਥੇ ਅਸੀਂ ਹੁਣ 1984 ਦੀ ਗੱਲ ਕਰ ਰਹੇ ਹਾਂ, ਗੱਲਬਾਤ ਨੂੰ ਵਾਪਸ ਇੱਥੇ ਲੈ ਕੇ ਆਈਏ। ਸੋ ਪਿਛਲੇ ਦਿਨਾਂ ਦੇ ਵਿੱਚ ਜਿੱਥੇ 36ਵੀਂ ਵਰ੍ਹੇਗੰਢ ਘੱਲੂਘਾਰਾ 1984 ਦੀ ਮਨਾਈ ਹੈ, ਉੱਥੇ ਹੀ ਇੱਕ ਪੋਜ਼ਿਟਿਵ ਰੋਲ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਜਿਹੜੇ ਆਰਟਿਸਟ ਹੈਗੇ ਆ, ਉਹ ਸਿੰਗਰਸ ਹੋਣ ਤੇ ਅਦਰਵਾਈਜ਼ ਸਾਰਿਆਂ ਨੂੰ ਅਸੀਂ ਦੇਖਦੇ ਹਾਂ, ਉਹਨਾਂ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਗਾ ਕੇ ਜਾਂ ਅਦਰਵਾਈਜ਼ ਹੈ ਇਸ ਪੱਖ ਨੂੰ ਸ਼ੇਅਰ ਕੀਤਾ ਗਿਆ। ਤੇ ਜਿਹੜੀ ਪੋਲਰਾਈਜੇਸ਼ਨ ਦੀ ਅਸੀਂ ਗੱਲ ਕੀਤੀ ਹੈ, ਉਹਦਾ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ। ਜਿਹੜਾ ਹੁਣ ਹਿੰਦੂਤਵੀ ਥਾਟ ਨਾਲ ਸੰਬੰਧਿਤ ਲੋਕ ਨੇ, ਉਹਨਾਂ ਵੱਲੋਂ ਕੰਪਨੀਆਂ ਨੂੰ, ਉਹ ਭਾਵੇਂ ਕੋਕ ਸਟੂਡੀਓ ਤੋਂ ਲੈ ਕੇ ਬਾਕੀ ਸਾਰੀਆਂ ਕੰਪਨੀਆਂ ਤੱਕ ਪਹੁੰਚ ਕੀਤੀ ਗਈ ਹੈ ਵੀ ਜੀ ਇਹਨਾਂ ਦੇ ਅਕਾਊਂਟਸ ਤੁਸੀਂ ਬੰਦ ਕਰੋ, ਇਹਨਾਂ ਨਾਲ ਕੰਮ ਕਰਨਾ ਬੰਦ ਕਰੋ। ਸੋ ਇੱਥੇ ਤੱਕ ਜਿਹੜਾ ਥ੍ਰੈਟ ਹੈ ਉਹ ਦਿੱਤਾ ਜਾ ਰਿਹਾ ਹੈ। ਸੋ ਜਿੱਥੇ ਅਸੀਂ ਮੀਡੀਆ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਉੱਥੇ ਇਹ ਵੀ ਪੱਖ ਵਿਚਾਰਨਾ ਬਹੁਤ ਜ਼ਰੂਰੀ ਹੈ। ਇਹਨੂੰ ਕਿਵੇਂ ਤੁਸੀਂ ਦੇਖਦੇ ਹੋ, ਜਿਹੜੀ ਇਹ ਪੋਲਰਾਈਜੇਸ਼ਨ ਹੁਣ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਇਸ ਲੈਵਲ ਤੇ? ਦੇਖੋ ਗੱਲ ਇਸ ਤਰ੍ਹਾਂ ਕਿ ਜਿਹੜਾ ਐਂਟਰਟੇਨਮੈਂਟ ਮੀਡੀਆ, ਜਿਹੜੇ ਉਸ ਦੇ ਨਾਲ ਜੁੜੇ ਹੋਏ ਸਟਾਰ ਨੇ, ਉਹਨਾਂ ਦੀ ਫੋਲੋਇੰਗ ਬਹੁਤ ਹੁੰਦੀ ਹੈ। ਜੇ ਉਹ ਲੋਕ ਇਸ ਜ਼ਿੰਮੇਵਾਰੀ ਨੂੰ ਸਮਝਣ
ਕਿਉਂਕਿ ਜਿਨ੍ਹਾਂ ਲੋਕਾਂ ਲਈ ਇਹ ਆਪਣਾ ਮਨੋਰੰਜਨ ਦਾ ਸਮਾਨ ਤਿਆਰ ਕਰਦੇ ਨੇ ਉਹਨਾਂ ਲੋਕਾਂ ਦੇ ਕੁਝ ਹੋਰ ਸਰੋਕਾਰ ਵੀ ਨੇ, ਵੱਡੇ ਮੁਆਸ਼ਰੇ ਦਾ ਸਮਾਜ ਦਾ ਹਿੱਸਾ ਨੇ। ਸੋ ਜਦੋਂ ਕੋਈ ਇਹੋ ਜਿਹੀ ਭੀੜ ਪੈਂਦੀ ਤਾਂ ਇਹਨਾਂ ਨੂੰ ਖੜਨਾ ਚਾਹੀਦਾ ਲੋਕਾਂ ਦੇ ਨਾਲ। ਜੇ ਇਹ ਖੜਨਗੇ ਤਾਂ ਲੋਕਾਂ ਨੂੰ ਕੋਈ ਨਾ ਕੋਈ ਇੱਕ ਚੰਗੀ ਆਸ ਦੀ ਕਿਰਨ ਨਜ਼ਰ ਆਊਗੀ। ਜੇ ਇਹ ਨਹੀਂ ਖੜਦੇ, ਚੁੱਪ ਰਹਿੰਦੇ ਤਾਂ ਲੋਕਾਂ ਨੂੰ ਇਸ ਤੇ ਸ਼ਰਮ ਆਊਗੀ। ਹੁਣ ਬਾਲੀਵੁੱਡ ਇੰਡਸਟਰੀ ਦੀ ਜੇ ਆਪਾਂ ਥੋੜੀ ਦੇਰ ਲਈ ਗੱਲ ਕਰ ਲਈਏ, ਜਿਵੇਂ ਹੁਣ ਜਾਰਜ ਫਲੋਇਡ ਦਾ ਜੋ ਹੋਇਆ ਨਿਊਯਾਰਕ ਦੇ ਵਿੱਚ, ਸੌਰੀ ਅਮਰੀਕਾ ਦੇ ਵਿੱਚ, ਠੀਕ ਹੈ ਉਸ ਦੀ ਗੱਲ ਉੱਥੇ ਉੱਠੀ ਹੈ। ਬਾਲੀਵੁੱਡ ਦੀ ਇੰਡਸਟਰੀਆਂ ਨੇ ਜਾਰਜ ਫਲੋਇਡ ਲਈ ਆਪਣੇ ਜਿਹੜਾ ਹੈ ਰੋਸਾ ਜ਼ਾਹਰ ਕੀਤਾ, ਇੱਕ ਪੋਜ਼ਿਟਿਵ ਗੱਲ। ਪਰ ਦੂਜਾ ਪਾਸਾ ਦਾ ਇਹ ਵਿਚਾਰਨ ਵਾਲਾ ਕਿ ਉਹ ਕਿੰਨਾ ਕੁ ਉਸਦੇ ਵਿੱਚ ਇਮਾਨਦਾਰੀ ਹੈ, ਕਿੰਨੀ ਕੁ ਵਚਨਬੱਧਤਾ। ਕਿਉਂਕਿ ਤੁਹਾਡੇ ਆਪਣੇ ਮੁਲਕ ਵਿੱਚ ਘੱਟ ਗਿਣਤੀ ਦੇ ਰੋਜ਼ਾਨਾ ਹਮਲੇ ਹੋ ਰਹੇ ਆ, ਤੁਸੀਂ ਕਿੰਨੀ ਕੁ ਵਾਰੀ ਬੋਲੇ ਹੋ? ਤੁਹਾਨੂੰ ਅਮਰੀਕਾ ਵਿੱਚ ਜਾਰਜ ਫਲੋਇਡ ਦਾ ਮਾਮਲਾ ਨਜ਼ਰ ਆ ਗਿਆ, ਤੁਸੀਂ ਉਸ ਤੇ ਹੋ ਕੇ ਬਿਆਨ ਵੀ ਦੇਤਾ, ਪਰ ਤੁਹਾਡੇ ਆਪਣੇ ਮੁਲਕ 'ਚ ਜੋ ਕੁਝ ਹੋ ਰਿਹਾ ਉਸ ਦੇ ਬਾਰੇ ਤੁਸੀਂ ਖਾਮੋਸ਼ ਹੋ। ਔਰ ਇੱਥੋਂ ਤੱਕ ਨਹੀਂ, ਉੱਥੇ ਇੱਕ ਹਥੜੀ ਮਾਰ ਗਈ, ਉਸ ਤੋਂ ਲੈ ਕੇ ਬਾਲੀਵੁੱਡ 'ਚ ਕਿੰਨੇ ਵੱਡੇ ਵੱਡੇ ਸਟਾਰਾਂ ਨੇ ਟਵੀਟ ਵੀ ਕੀਤਾ, ਬੜਾ ਕੁਝ ਕੀਤਾ, ਰਤਨ ਟਾਟਾ ਵਰਗੇ ਨੇ ਵੀ ਟਵੀਟ ਕੀਤਾ। ਪਰ ਘੱਟ ਗਿਣਤੀਆਂ ਦੇ ਜਿਹੜੇ ਨਾਲ ਜੁੜੇ ਮਨੁੱਖ ਕਤਲ ਕੀਤੇ ਜਾ ਰਹੇ ਨੇ, ਤੁਸੀਂ ਖਾਮੋਸ਼ ਹੋ, ਤੁਸੀਂ ਚੁੱਪ ਹੋ। ਸੋ ਉਹਨਾਂ ਦੀ ਇਮਾਨਦਾਰੀ ਤੇ ਵੀ ਸਵਾਲ ਉੱਠਦੇ ਨੇ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਠੀਕ ਹੈ, ਵਕਤੀ ਤੌਰ ਤੇ ਜਦੋਂ ਸਾਕਾ ਨੀਲਾ ਤਾਰਾ ਦਾ ਜਦੋਂ ਵਰੇਗੰਢ ਆਈ ਤੇ ਕੁਝ ਪੰਜਾਬੀ ਇੰਡਸਟਰੀ ਜੁੜੇ ਲੋਕਾਂ ਨੇ ਆਪਣਾ ਕਰਕੇ ਵਿਖਾਇਆ ਕੁਝ, ਔਰ ਉਹਨਾਂ ਨੂੰ ਹੀਟ ਵੀ ਲੈਣੀ ਪੈ ਰਹੀ ਹੈ। ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ, ਇਸ 'ਚ ਕੋਈ ਸ਼ੱਕ ਨਹੀਂਗਾ। ਪਰ ਕੀ ਕੋਈ ਲਗਾਤਾਰ ਦਾ ਨਾਂ ਦੀ ਚੀਜ਼ ਹੈ? ਹੁਣ ਅਸੀਂ ਜੇ ਮਿਸਾਲ ਦੇ ਤੌਰ ਤੇ ਦਲੀ ਦੋਸਾਂਝ ਦੀ ਗੱਲ ਕਰ ਲਈਏ, ਅਮਰੀਕਾ ਵਿੱਚ ਕੁਝ ਪਾਕਿਸਤਾਨੀ ਲੋਕਾਂ ਨੇ ਵੀ ਉਹਨਾਂ ਨੂੰ ਲਿਆ ਕੇ ਸ਼ੋਅ ਕਰਾਉਣ ਦੀ ਗੱਲ ਕੀਤੀ ਸੀ, ਤੇ ਸਿਰਫ ਭਾਰਤੀ ਲੌਬੀ ਦੇ ਕੇ ਝੁਕਦਿਆਂ ਹੋਇਆ ਉਹਨਾਂ ਨੇ ਆਪਣਾ ਸਟੈਂਡ ਬਦਲ ਲਿਆ। ਇਸੇ ਤਰੀਕੇ ਨਾਲ ਰਜੀਤ ਬਾਵੇ ਨੇ ਬਾਅਦ 'ਚ ਆਪਣੇ ਬਿਆਨ ਬਦਲੇ ਆ। ਮੇਰਾ ਮਤਲਬ ਕਹਿੰਦਾ ਕਿ ਲਗਾਤਾਰਤਾ ਵੀ ਚਾਹੀਦੀ ਹੈ। ਇਹ ਨਹੀਂ ਕਿ ਸਿਰਫ ਜੂਨ ਦਾ ਪਹਿਲਾ ਹਫਤਾ ਆਇਆ ਤਾਂ ਤੁਸੀਂ ਉਦੋਂ ਤਾਂ ਲੋਕਾਂ ਨੂੰ ਚੇਤੇ ਕਰ ਲਿਆ, ਅਗੜ ਪਿਛੜ ਜਿਹੜੀਆਂ ਇੰਨੀਆਂ ਜ਼ਿਆਦਤੀਆਂ ਰੋਜ਼ਾਨਾ ਪੱਧਰ ਤੇ ਹੋ ਰਹੀਆਂ ਉਦੋਂ ਤੁਸੀਂ ਖਾਮੋਸ਼ ਰਹੋ। ਇਹ ਕੋਈ ਵਧੀਆ ਰੁਝਾਨ ਨਹੀਂਗਾ। ਹੁਣ ਸਿੱਧੂ ਮੂਸੇਵਾਲੇ ਨੇ ਜਿਵੇਂ ਕਿ ਉਸ ਪੁਲਿਸ ਅਫਸਰ ਦੇ ਲਈ ਆਪਣਾ ਹੱਥ ਨਾਰਾ ਮਾਰਿਆ ਜਿਸਦਾ ਹੱਥ ਵੱਢਿਆ ਗਿਆ ਸੀ, ਜਾਂ ਗੁਰਦਾਸ ਮਾਨ ਨੇ ਇੰਨਾ ਕੁਝ ਕਿਹਾ, ਕੀ ਇਹਨਾਂ ਲੋਕਾਂ ਨੇ ਕਦੇ ਪੰਜਾਬ ਨਾਲ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਜਸਵੰਤ ਸਿੰਘ ਖਾਲੜਾ ਜਾਂ ਉਹਨਾਂ ਲੋਕਾਂ ਨਾਲ ਇੱਕ ਮੁਰਤਾ ਜ਼ਾਹਰ ਕੀਤੀ ਹੈ? ਕਦੇ ਕਿਹਾ ਕਿ ਅਸੀਂ ਉਹ ਹਾਂ? ਉਸ ਕਾਂਸਟੇਬਲ ਦਾ ਇਸੇ ਕਹਿਤਾ ਸੀ ਉਹ ਹਾਂ? ਮਤਲਬ ਕਹਿਣ ਦਾ ਕਿ ਇਹ ਜਿਹੜੀਆਂ ਗੱਲਾਂ ਨੇ ਨਾ, ਜਿਹੜੀਆਂ ਦੋਗਲਾਪਨ ਜਿਹੜਾ, ਸਾਨੂੰ ਇਸ ਦੀ ਵੀ ਨਿਸ਼ਾਨਦੇਹੀ ਕਰਨੀ ਪਏਗੀ। ਜੀ ਬਿਲਕੁਲ। ਤੇ ਸੋ ਇੱਥੇ ਇਹਦੇ 'ਚ ਵੀ ਕਿਤੇ ਨਾ ਕਿਤੇ ਜਿਹੜਾ ਜਿਵੇਂ ਇੰਸਟੀਚਿਊਟ ਕੰਮ ਕਰਦੇ ਆ, ਇਹਦੇ ਬਿਹਾਈਂਡ ਟ੍ਰੋਲਿੰਗ ਦੇ ਬਿਹਾਈਂਡ ਸਾਰੇ ਪਾਰਟ ਨੂੰ ਡੀਰੇਲ ਕਰਨ ਦੇ ਲਈ ਜਾਂ ਤੁਹਾਡਾ ਵਿਰੋਧ ਕਰਨ ਦੇ ਲਈ, ਉਹਦੇ ਵਿੱਚ ਆਮ ਤੌਰ ਤੇ ਇਹ ਗੱਲ ਕਹੀ ਜਾ ਸਕਦੀ ਹੈ ਵੀ ਕਿਤੇ ਨਾ ਕਿਤੇ ਜਿਹੜਾ IT ਸੈੱਲ ਹੈ ਉਹ ਭਾਵੇਂ ਕਿਸੇ ਖਾਸ ਵਿਚਾਰਧਾਰਾ ਦੇ ਲੋਕਾਂ ਦਾ ਹੋਵੇ ਜਾਂ ਅਦਰਵਾਈਜ਼, ਉਹੀ ਐਕਟ ਕਰਦਾ ਇਸ ਸਾਰੇ ਨੂੰ ਡੀਫੇਮ ਕਰਨ ਦੇ ਲਈ। ਦੇਖੋ ਗੱਲ ਇਸ ਤਰ੍ਹਾਂ ਕਿ ਬੀਜੇਪੀ ਦਾ ਇੱਕ IT ਸੈੱਲ ਹੈ ਜਿਹੜਾ ਬੜੇ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਇਸ ਬਾਰੇ। ਬਕਾਇਦਾ ਸਵਾਤੀ ਚਤੁਰਵੇਦੀ ਨਾਂ ਦੇ ਪੱਤਰਕਾਰ ਨੇ ਕਿਤਾਬ ਵੀ ਲਿਖੀ ਹੋਈ ਇਸ ਬਾਰੇ, ਕਾਫੀ ਚਰਚਿਤ ਕਿਤਾਬ ਹੈ, ਪੜ੍ਹਨ ਵਾਲੀ ਹੈ। ਉਸ ਵਿੱਚ ਉਸਨੇ ਪੂਰਾ ਪਿਛੋਕੜ ਦਿੱਤਾ ਕਿ ਮੋਦੀ ਦੀ ਐਮਰਜੈਂਸੀ ਤੋਂ ਹੋਈ ਹੈ, ਲਗਭਗ ਉਸ ਟਾਈਮ ਤੇ ਬੀਜੇਪੀ ਦੀ ਟ੍ਰੋਲ ਆਰਮੀ ਖੜੀ ਕੀਤੀ ਗਈ। ਸੋ ਬਹੁਤ ਸਮਾਰਟ ਢੰਗ ਨਾਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਬਜ਼ਾ ਜਿਹਾ ਕਰਕੇ ਇੱਕ ਫੌਜ ਖੜੀ ਕਰ ਲਈ ਜਿਹੜੀ ਸਿਰਫ ਇਹੀ ਕੰਮ ਦੇ ਹੈ ਕਿ ਨਫ਼ਰਤ ਦਾ ਪ੍ਰਚਾਰ ਕਰੋ, ਜਿਹੜੇ ਸਰਕਾਰ ਨੂੰ ਕਿੰਤੂ ਪਰੰਤੂ ਕਰਦੇ ਨੇ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰੋ, ਉਹਨਾਂ ਦੀ ਬਦਨਾਮੀ ਕਰੋ, ਉਹਨਾਂ ਦਾ ਮੂੰਹ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰੋ। ਇਹ ਕਵਾਇਦ ਤਾਂ ਮਤਲਬ ਤਕਰੀਬਨ ਮੋਦੀ ਦੇ ਉਠਾਣ ਦੇ ਨਾਲ ਹੀ ਸ਼ੁਰੂ ਹੋਈ ਹੈ। ਪਰ ਅਸੀਂ ਇਹ ਜ਼ਰੂਰ ਸਾਨੂੰ ਵੇਖਣਾ ਚਾਹੀਦਾ ਕਿ ਜਿਹੜਾ ਇਹ ਰੁਝਾਨ ਹੈ ਆਪਣੇ ਆਪ 'ਚ ਵਿਰੋਧੀਆਂ ਦਾ ਮੂੰਹ ਬੰਦ ਕਰਾਉਣ ਦਾ, ਇਹ ਕੋਈ ਆਪਣੇ ਆਪ 'ਚ ਨਵਾਂ ਨਹੀਂਗਾ। ਜਿਹੜੇ ਪਹਿਲੋਂ ਤਰੀਕੇ ਹੋਰ ਵੀ ਬੜੇ ਭਿਆਨਕ ਰਹੇ ਨੇ। ਸਰਦਾਰ ਹਾਸ਼ਮੀ ਵਰਗੇ ਇੱਕ ਨਾਟਕਕਾਰ ਦਾ ਕਤਲ ਸ਼ਰੇਆਮ ਦਿਨ ਦਹਾੜੇ ਕੀਤਾ ਗਿਆ ਕਾਂਗਰਸੀ ਗੁੰਡਿਆਂ ਵੱਲੋਂ। ਮਤਲਬ ਕਹਿੰਦਾ ਕਿ ਮਿਸਾਲਾਂ ਸਾਡੇ ਕੋਲ ਬਹੁਤ ਪਈਆਂ ਹੋਈਆਂ ਇਸ ਤਰ੍ਹਾਂ ਦੀਆਂ ਕਿ ਇਹ ਜਿਹੜੀ ਟ੍ਰੋਲ ਆਰਮੀ ਦਾ ਇੱਕ ਵੱਖਰੇ ਕਿਸਮ ਦਾ ਇਹਦਾ ਵਰਤਾਰਾ ਹੈ IT ਨਾਲ ਜੁੜਿਆ ਹੋਇਆ। ਪਰ ਜਿਹੜੀ ਸੋਚ ਹੈ, ਜਾਂ ਸਪੋਜ਼ ਮੰਨ ਲਓ ਸੋਸ਼ਲ ਮੀਡੀਆ ਨਾ ਹੋਵੇ ਤੇ ਟ੍ਰੋਲ ਆਰਮੀ ਵੀ ਜਿਹੜੀ ਅਲੋਪ ਹੋ ਜਾਏਗੀ। ਪਰ ਟ੍ਰੋਲ ਆਰਮੀ ਥਾਂ ਤੇ ਜਿਹੜੇ ਇਸ ਕਿਸਮ ਦੇ ਲੋਕ ਨੇ ਉਹ ਕਿਸੇ ਹੋਰ ਰੂਪ 'ਚ ਸਾਡੇ ਸਾਹਮਣੇ ਖੜ ਕੇ ਉਸ ਤਰੀਕੇ ਦੀ ਜਿਹੜੀ ਹੈ ਪਾਲਾਬੰਦੀ ਵੀ ਕਰਨਗੇ। ਉਸ ਕਿਸਮ ਦਾ ਰੁਝਾਨ ਉਹਨਾਂ ਦੀ ਵੀ ਦੇਖਣ ਨੂੰ ਮਿਲੂਗਾ। ਇਹ ਸਿਰਫ ਟੈਕਨੋਲੋਜੀ ਦੇ ਕਰਕੇ ਟ੍ਰੋਲ ਆਰਮੀ ਜਿਹੜੀ ਸਾਨੂੰ ਬਹੁਤ ਵੱਡੀ ਚੀਜ਼ ਲੱਗ ਰਹੀ ਹੈ, ਪਰ ਜਿਹੜੀ ਸਮੱਸਿਆ ਦੀ ਜੜ ਹੈ ਉਹ ਟ੍ਰੋਲ ਆਰਮੀ ਨਹੀਂ ਹੈ। ਸਮੱਸਿਆ ਦੀ ਜੜ ਮਾਨਸਿਕਤਾ। ਜੇ ਅੱਜ ਸੋਸ਼ਲ ਮੀਡੀਆ ਨਹੀਂ ਹੋਊਗਾ, ਉਹ ਕਿਸੇ ਹੋਰ ਮੰਚ ਤੇ ਆ ਕੇ ਤੁਹਾਡੀ ਘੇਰਾਬੰਦੀ ਕਰਨਗੇ। ਜੀ ਬਿਲਕੁਲ, ਇਹ ਗੱਲ ਬੜੀ ਤੁਸੀਂ ਉਹ ਕੀਤੀ ਹੈ ਕਿ ਗੱਲ ਮਾਨਸਿਕਤਾ ਦੀ ਹੈਗੀ ਹੈ। ਤੇ ਮਾਨਸਿਕਤਾ ਜਿਹੜੀ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਗੱਲ ਜਾ ਕੇ ਹਿੰਦੂਤਵਾਦੀ ਮਾਨਸਿਕਤਾ ਦੇ ਉੱਤੇ ਜੁੜਦੀ ਹੈ, ਜਿਹਦੀਆਂ ਉਦਾਹਰਨਾਂ ਜਾਂ ਗੱਲਬਾਤ ਵਿਚਾਰ ਚਰਚਾ ਅਸੀਂ ਕੀਤੀ ਹੈ। ਜਿਹੜੀਆਂ ਪ੍ਰਥਾਵਾਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ, ਜਦੋਂ ਉਹਨਾਂ ਗੱਲਾਂ ਦੇ ਖਿਲਾਫ, ਉਹਨਾਂ ਪ੍ਰਥਾਵਾਂ ਦੇ ਖਿਲਾਫ ਜਾਂ ਉਸ ਮਾਨਸਿਕਤਾ ਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਹੈ, ਤਾਂ ਹਰ ਤਰੀਕੇ ਦੇ ਨਾਲ ਉਹ ਜਿਹੜਾ ਹਰਬਾ ਹੈ ਵਰਤਿਆ ਜਾਂਦਾ ਹੈ ਉਹਦਾ ਵਿਰੋਧ ਕਰਨ ਦੇ ਲਈ, ਉਹਨੂੰ ਦਬਾਉਣ ਦੇ ਲਈ। ਪਰ ਹੁਣ ਇੱਕ ਵੱਡਾ ਜਿਹੜਾ ਸਵਾਲ ਹੈ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਜਿਹੜਾ
ਉੱਠ ਰਿਹਾ ਹੈ ਉਹ ਇਹ ਹੈ ਵੀ ਹੁਣ ਇਸ ਮਾਨਸਿਕਤਾ ਦੇ ਕੋਲ ਇੰਸਟੀਟਿਊਸ਼ਨਸ ਆ ਗਏ ਨੇ, ਸਰਕਾਰੀ ਪਾਵਰ ਉਹਨਾਂ ਦੇ ਹੱਥ 'ਚ ਹੈ, ਤੇ ਇਹ ਕਹਿ ਲਓ ਵੀ ਇਸ ਦੇ ਨਾਲ ਸਾਰਾ ਕੁਝ ਹੀ ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਜੁਡੀਸ਼ਰੀ ਤੋਂ ਲੈ ਕੇ ਸਾਰਾ ਕੁਝ ਹੀ ਉਹਨਾਂ ਦੇ ਹੱਥ 'ਚ ਹੈ। ਇਹ ਗੱਲ ਬੜੀ ਘਾਤਕ ਹੈ ਇਸ ਵਕਤ, ਜਿਹਦੇ ਤੇ ਕੱਲੀ ਵਿਚਾਰ ਨਾਲ ਨਹੀਂ ਕੰਮ ਚੱਲਣਾ। ਦੇਖੋ, ਇਹ ਬਹੁਤ ਮਾੜਾ ਰੁਝਾਨ ਹੈ। ਜਿਵੇਂ ਮੈਂ ਸ਼ੁਰੂ 'ਚ ਵੀ ਕਿਹਾ ਸੀ ਅਮਰਵੀਰ ਸਿੰਘ ਜੀ, ਕਿ ਅਜੇ ਅਮਰੀਕਾ 'ਚ ਤਾਂ ਫਿਰ ਸਾਡੇ ਕੋਲ ਅਸੀਂ ਵੇਖ ਰਹੇ ਜਿਹੜੇ ਟਰੰਪ ਨੇ ਜਿਹੜੇ ਹਾਲਾਤ ਪੈਦਾ ਕੀਤੇ ਨੇ, ਉਸ ਦੇ ਬਾਵਜੂਦ ਟਰੰਪ ਦੀ ਆਲੋਚਨਾ ਸਰਕਾਰੀ ਤੰਤਰ ਵਿੱਚੋਂ ਵੀ ਉੱਠ ਰਹੀ ਹੈ, ਉਸ ਦਾ ਵਿਰੋਧ ਸਰਕਾਰੀ ਤੰਤਰ ਵਿੱਚੋਂ ਵੀ ਉੱਠ ਰਿਹਾ ਹੈ। ਚਾਹੇ ਫੌਜੀ ਜਰਨੈਲ ਹੋਣ ਜਿਨ੍ਹਾਂ ਨੇ ਉਸਦੀ ਗੱਲ ਮੰਨਣ ਤੋਂ ਇਨਕਾਰ ਕੀਤਾ, ਜਦੋਂ ਕਹਿ ਰਿਹਾ ਸੀ ਕਿ 10,000 ਫੌਜੀ ਵਾਸ਼ਿੰਗਟਨ 'ਚ ਘੱਲੇ ਜਾਣ ਤਾਂ ਜੋ ਹਵਾਕਾਰੀਆਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਹੋਵੇ। ਉੱਥੇ ਜੁਡੀਸ਼ਰੀ ਵੀ ਉਹਦੇ ਖਿਲਾਫ ਖੜੀ ਹੋਈ, ਮੀਡੀਆ ਦਾ ਵੱਡਾ ਹਿੱਸਾ ਉਹਦੇ ਖਿਲਾਫ ਖੜਾ ਹੋਇਆ। ਰਿਪਬਲਿਕਨ ਪਾਰਟੀ 'ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸਦੇ ਖਿਲਾਫ ਖੁੱਲ ਕੇ ਗੱਲ ਕਰ ਰਹੇ, ਪਰ ਭਾਰਤ ਵਿੱਚ ਬਿਲਕੁਲ ਹਾਲਾਤ ਵਿਪਰੀਤ ਚੱਲ ਰਹੇ। ਉੱਥੇ ਜੁਡੀਸ਼ਰੀ ਵੀ ਜਿਹੜੀ ਹੈ ਉਹ ਵੀ ਸਰਕਾਰ ਦੇ ਹੱਥ ਟੋਟਾ ਬਣ ਕੇ ਰਹਿ ਗਈ ਜੀ। ਜਾਂ ਏਜੰਸੀਆਂ ਪਹਿਲਾਂ ਹੀ ਜਰੀਆ ਦਾ ਤੋਤਾ ਬਣੀਆਂ ਹੋਈਆਂ ਸੀਗੀਆਂ। ਗੋਦੀ ਮੀਡੀਆ ਦਾ ਰੁਝਾਨ ਅਸੀਂ ਵੇਖ ਰਹੇ ਹਾਂ ਕਿ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਪਿੱਛੇ ਜਿਹੜਾ ਦਿੱਲੀ 'ਚ ਜੋ ਕੁਝ ਹੋਇਆ, ਇੱਕ ਜਿਹੜੇ ਜੱਜ ਨੇ 1984 ਦੇ ਮਾਮਲੇ 'ਚ ਸਜਨ ਕੁਮਾਰ ਸਜ਼ਾ ਦਿੱਤੀ, ਉਸੇ ਜੱਜ ਨੂੰ ਜਦੋਂ ਸੀਏ ਦੇ ਮਾਮਲੇ 'ਚ ਪ੍ਰੋਟੈਸਟ ਹੋ ਰਹੇ ਸੀ, ਉਸਨੇ ਜਦੋਂ ਪੁਲਿਸ ਦੀ ਜਵਾਬਦੇਹੀ ਮੰਗੀ ਤਾਂ ਉਸਦਾ ਤਬਾਦਲਾ ਕੀਤਾ ਗਿਆ। ਸੋ ਜੁਡੀਸ਼ਰੀ ਦਾ ਜੋ ਹਾਲ ਕੀਤਾ, ਜਿਵੇਂ ਜੁਡੀਸ਼ਰੀ ਉੱਥੇ ਬਿਲਕੁਲ ਹੀ ਘਸਿਆਰੀ ਬਣਾ ਕੇ ਰੱਖ ਦਿੱਤੀ ਗਈ, ਮੀਡੀਆ ਨੂੰ ਆਪਣੇ ਹੱਥ 'ਚ ਕਰ ਲਿਆ ਗਿਆ, ਜੱਜਾਂ ਨੂੰ, ਵੱਡੇ ਵੱਡੇ ਅਫਸਰਾਂ ਨੂੰ। ਕਿਉਂਕਿ ਇਹਦੇ ਵਿੱਚ ਸਾਨੂੰ ਇਹ ਗੱਲ ਮੰਨਣੀ ਪੈਣੀ ਕਿ ਜਿਹੜੀ ਆਰਐਸਐਸ ਦੀ ਸੋਚ ਹਮੇਸ਼ਾ ਹੀ ਰਹੀ ਹੈ ਕਿ ਕਿਵੇਂ ਨਾ ਕਿਵੇਂ ਵੱਖਰੇ ਵੱਖਰੇ ਜਿਹੜੇ ਇਦਾਰੇ ਨੇ, ਇੰਸਟੀਟਿਊਸ਼ਨ ਨੇ, ਉਹਨਾਂ ਵਿੱਚ ਪੈਨੇਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਸਾਡੀ ਮਾਨਸਿਕਤਾ ਦੇ ਲੋਕ ਉੱਥੇ ਹੋਣ, ਔਰ ਸਾਡਾ ਜਿਹੜਾ ਗਿਣਿਆ ਮਿਥਿਆ ਪ੍ਰੋਗਰਾਮ ਹੈ ਹਿੰਦੂ ਰਾਸ਼ਟਰ ਬਣਾਉਣ ਦਾ, ਉਸ ਨੂੰ ਲੋਕਾਂ ਵਿੱਚ ਕਿਵੇਂ ਸੁਕਾਰਿਆ ਜਾਵੇ, ਇਸ ਦੇ ਲਈ ਉਹ ਕੰਮ ਕਰਨ। ਤਾਂ ਹੀ ਉਹਨਾਂ ਨੇ ਯੂਨੀਵਰਸਿਟੀਆਂ 'ਚ ਵੀ ਇਹੋ ਜਿਹੇ ਬੁੱਧੀਜੀਵੀ ਜਿਹੜੇ ਉੱਥੇ ਫਿੱਟ ਕੀਤੇ ਹੋਏ ਆ, ਜੁਡੀਸ਼ਰੀ 'ਚ ਵੀ ਇਹੋ ਜਿਹੇ ਆਪਣੇ ਮਤਲਬ ਦੇ ਜੱਜ ਲਾਏ ਹੋਏ ਆ ਜਿਨ੍ਹਾਂ ਦੇ ਸੰਘ ਦੀ ਵਿਚਾਰਧਾਰਾ ਦੀ ਪਾਣ ਚੜੀ ਹੋਈ ਹੋਵੇ। ਜਦੋਂ ਇਹੋ ਜਿਹਾ ਮਾਹੌਲ ਹੋਵੇ ਤਾਂ ਉੱਥੇ ਪੂਰੇ ਮੁਲਕ ਨੂੰ ਇੱਕੋ ਰੰਗ ਵਿੱਚ ਰੰਗ ਦੇਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ, ਤੇ ਕੋਈ ਇਹਨਾਂ ਔਖਾ ਕੰਮ ਵੀ ਨਹੀਂ ਹੈ। ਤੋ ਇਹ ਇੱਕ ਖਤਰਨਾਕ ਰੁਝਾਨ ਹੈ ਜਿਸ ਦੀ ਸਾਨੂੰ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ। ਅਕਸਰ ਕਈ ਵਾਰੀ ਤੁਸੀਂ ਵੀ ਨੋਟ ਕੀਤਾ ਹੋਣਾ, ਲੋਕੀ ਟਰੰਪ ਤੇ ਮੋਦੀ ਦੀ ਤੁਲਨਾ ਕਰਕੇ ਕਾਫੀ ਕੁਝ ਕਹਿ ਜਾਂਦੇ। ਇਹ ਕੋਈ ਸ਼ੱਕ ਨਹੀਂ ਕਿ ਟਰੰਪ ਤੇ ਮੋਦੀ ਦੋਨੇ ਸੱਚੇ ਪੱਖੀ ਆਗੂ ਨੇ, ਦੋਨੇ ਮੁਆਸ਼ਰੇ ਲਈ ਖਤਰਨਾਕ ਨੇ, ਪਰ ਸਾਨੂੰ ਇਹ ਮੰਨਣਾ ਪੈਣਾ ਕਿ ਅਮਰੀਕਾ ਤੇ ਭਾਰਤ ਦੀ ਸਥਿਤੀਆਂ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਉੱਥੇ ਅਜੇ ਵੀ ਜਾਗਰੂਕ ਸਮਾਜ ਜਾਂ ਸਿਵਲ ਸੁਸਾਇਟੀ ਅਮਰੀਕਾ 'ਚ ਹੈ ਜਿਹੜੀ ਸਮਝਦੀ ਹੈ ਕਿ ਅਸੀਂ ਕਿਸ ਤਰ੍ਹਾਂ ਵਿਰੋਧ ਕਰਨਾ, ਪਰ ਭਾਰਤ ਵਿੱਚ ਅਸੀਂ ਦੇਖਦੇ ਹਾਂ ਕਿ ਬਿਲਕੁਲ ਇੱਕ ਖਾਸ ਕਿਸਮ ਦਾ ਸੰਨਾਟਾ ਛਾਇਆ ਹੋਇਆ ਜਿਹੜਾ ਬਹੁਤ ਹੀ ਖਤਰਨਾਕ ਤੇ ਤਕਲੀਫਦੇਹ ਹੈ। ਅਫਸੋਸ ਦੀ ਗੱਲ ਕਿ ਉਸ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਹੋ ਰਹੀ। ਜੀ ਬਿਲਕੁਲ। ਤੋ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਸਾਰੀ ਗੱਲਬਾਤ ਹੈ ਇਹਨੂੰ ਜਾਰੀ ਰੱਖਾਂਗੇ ਤੇ ਨਵੀਆਂ ਡਿਵੈਲਪਮੈਂਟਸ ਦੇ ਨਾਲ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਸੋ ਇਜਾਜ਼ਤ ਚਾਹਾਂਗੇ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਮਿਹਰਬਾਨੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਭਾਰਤ ਦੇ ਵਿੱਚ ਮੀਡੀਆ ਦੀ ਆਜ਼ਾਦੀ ਦੇ ਉੱਤੇ ਤੇ ਕਿਵੇਂ ਉਹ ਜਿਹੜਾ ਸਾਰਾ ਪਾਰਟ ਹੈ, ਹੁਣ ਜਿਹੜੇ 6 ਚੈਨਲਸ ਨੇ ਮੀਡੀਆ ਆ ਉਹ ਬਲੌਕ ਕੀਤਾ ਗਿਆ, ਉਹਨਾਂ ਦੇ ਫੇਸਬੁੱਕ ਅਕਾਊਂਟ ਤੇ YouTube ਚੈਨਲਸ ਬੰਦ ਕੀਤੇ ਗਏ ਨੇ ਭਾਰਤ ਦੇ ਵਿੱਚ। ਸੋ ਇਹ ਗੱਲ ਜਿਵੇਂ ਗੁਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕੱਲੀ ਇੱਥੇ ਨਹੀਂ ਰੁਕਦੀ, ਇਹ ਗੱਲ ਸਮਾਜ ਦੀ ਮਾਨਸਿਕਤਾ ਦੇ ਉੱਤੇ ਜਾ ਕੇ ਰੁਕਦੀ ਹੈ, ਜਿੱਥੇ ਉਹੀ ਗੱਲ ਆਰਐਸਐਸ ਦੀ ਹਿੰਦੂਤਵਾਦੀ ਜਿਹੜੀ ਨੀਤੀ ਹੈ ਉਸ ਗੱਲ ਤੱਕ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਜੁੜੀਆਂ ਹੋਈਆਂ ਨੇ, ਇਹਦੀਆਂ ਇੰਪਲੀਕੇਸ਼ਨਸ ਨੇ ਉਹ ਜੁੜੀਆਂ ਹੋਈਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।